ਰੋਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਤੇਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਹਰ ਗੋਬਿੰਦ ਸ਼ੋਭ ਸੁਮਤ ਪਰਕਾਸਕ। ਸ੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲ ਪਹਿਲਾ। ਦੋਹਰਾ। ਕਮਲ ਬਦਨ ਸੁਖ ਸਦਨ ਗੁਰ ਕਰੁਣਾ ਮਨ ਪਰ ਲਿਆਏ। ਪਾਧੇ ਪ੍ਰਤ ਕਲਿਆਣ ਦਾ ਬੋਲੇ ਸ਼ਬਦ ਉਠਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ ਚਵਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਜੀ ਕੇ ਆਤਮਿਕ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੁਭਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤ ਸੰਗੀ ਜਨੋ। ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰਸਿੱਖਾਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ 6.5 ਸਾਲ ਦੇ ਹੁੰਦੇ ਪਿਤਾ ਕਾਲੂ ਜੀ ਦਾ ਮਨ ਬਣਿਆ ਵੀ ਆਪਣੇ ਪੁੱਤਰ ਨੂੰ ਹੁਣ ਪੜ੍ਹਾਈਏ, ਸਮਾਂ ਪੜ੍ਹਨ ਦਾ।
ਲੈ ਕੇ ਪਾਠਸ਼ਾਲਾ ਦੇ ਵਿੱਚ ਜਾਂਦੇ ਨੇ, ਜਿੱਥੇ ਗੋਪਾਲ ਪਾਂਧਾ ਜੀ ਬੱਚਿਆਂ ਨੂੰ ਵਿੱਦਿਆ ਪੜ੍ਹਾਉਂਦੇ ਨੇ। ਬਣਦਾ ਮਾਣ ਸਤਿਕਾਰ ਕੀਤਾ ਤੇ ਨਾਲ ਹੀ ਕਿਹਾ ਵੀ ਮੇਰੇ ਪੁੱਤਰ ਨੂੰ ਚੰਗੀ ਤਰ੍ਹਾਂ ਪੜ੍ਹਾਓ, ਮੈਂ ਹੋਰ ਵੀ ਤੁਹਾਡਾ ਮਾਣ ਤਾਣ ਕਰ ਦਿਆਂਗਾ। ਗੋਪਾਲ ਪਾਂਧਾ ਜੀ ਨੇ ਸਤਿਗੁਰੂ ਜੀ ਵੱਲ ਵੇਖਿਆ, ਨੁਹਾਰ ਨੂੰ ਵੇਖਿਆ ਕਿ ਬੱਚਾ ਬੜਾ ਸਿਆਣਾ ਹੈ, ਚਤਰ ਹੈ, ਛੇਤੀ ਪੜ੍ਹ ਜਾਵੇਗਾ, ਤੇ ਪੜ੍ਹੇਗਾ ਤੇ ਚਲੋ ਮੈਨੂੰ ਵੀ ਧਨ ਦੀ ਪ੍ਰਾਪਤੀ ਹੋਵੇਗੀ। ਕੋਲ ਆਏ ਤੇ ਸਤਿਗੁਰਾਂ ਜੀ ਨੂੰ ਪੜ੍ਹਾਇਆ। ਜਿਵੇਂ ਜਿਵੇਂ ਅੱਗੇ ਬੋਲੇ ਉਸ ਤਰ੍ਹਾਂ ਸਤਿਗੁਰੂ ਜੀ ਬੋਲਦੇ ਗਏ। ਦੂਸਰੇ ਦਿਨ ਸਤਿਗੁਰੂ ਜੀ ਆਉਂਦੇ, ਜਦੋਂ ਅੱਜ ਪੜ੍ਹਾਉਣ ਲੱਗੇ ਤਾਂ ਸਤਿਗੁਰੂ ਜੀ ਬੋਲੇ ਨੇ। ਪਾਂਧਾ ਜੀ ਕਹਿੰਦੇ ਵੀ ਅੱਜ ਕੀ ਹੋ ਗਿਆ ਤੈਨੂੰ, ਕੱਲ੍ਹ ਤਾਂ ਬੜਾ ਸੋਹਣਾ ਪੜ੍ਹਿਆ, ਤੇਰਾ ਧਿਆਨ ਖੇਡ ਦੇ ਵਿੱਚ ਹੈ। ਇਹ ਪੜ੍ਹਾਈ ਵੱਡੇ ਹੁੰਦਿਆਂ ਕੰਮ ਆਉਂਦੀ। ਬਾਕੀ ਜਿਹੜਾ ਨਹੀਂ ਬੋਲਦਾ ਤੇ ਮੈਂ ਡੰਡਾ ਵੀ ਕੋਲ ਰੱਖਿਆ ਹੋਇਆ, ਫਿਰ ਉਹਨੂੰ ਡੰਡੇ ਨਾਲ ਬੋਲਣ ਲਾ ਦਿੰਦਾ। ਸਤਿਗੁਰੂ ਜੀ ਕਹਿਣ ਲੱਗੇ ਵੀ ਦੱਸੋ ਪਾਂਧਾ ਜੀ ਵੀ ਤੁਸੀਂ ਕੀ ਪੜ੍ਹੇ ਹੋ ਤੇ ਉਹਦੇ ਨਾਲ ਜੀਵਨ ਨੂੰ ਕਿਹੜਾ ਲਾਹਾ ਮਿਲਿਆ। ਜੇ ਉਹਦੇ 'ਚ ਹੈ ਤੇ ਮੈਨੂੰ ਵੀ ਕੋਈ ਦੱਸ ਦਿਓ। ਤਾਂ ਪਾਂਧਾ ਜੀ ਦੱਸਦੇ ਵੀ ਮੈਂ 2, 2.5, 3.5, 4.5, 5.5 ਦਾ ਪਹਾੜਾ ਪੜ੍ਹ ਲੈਣਾ, ਜੋੜ ਘਟਾ ਕਰ ਲੈਣਾ, ਵੰਡ ਕਰ ਲੈਣਾ, ਤੇ ਇਹ ਤੁਹਾਡੇ ਕੰਮ ਆਉਣ ਵਾਲੀ ਵਿੱਦਿਆ, ਕਿਉਂਕਿ ਤੁਹਾਡਾ ਪਟਵਾਰੀ ਦਾ ਕੰਮ ਹੈ, ਬਾਅਦ ਦੇ ਵਿੱਚ ਤੁਸੀਂ ਸਾਂਭਣਾ। ਸਤਿਗੁਰੂ ਜੀ ਕਹਿੰਦੇ ਵੀ ਇਹ ਤਾਂ ਠੀਕ ਹੈ, ਪਰ ਜੀਵਨ ਦੀ ਕੀ ਪ੍ਰਾਪਤੀ ਹੋਈ, ਉਹ ਹਿਸਾਬ ਕਿਤਾਬ ਮੈਨੂੰ ਪੜ੍ਹਾਓ ਜਿਹਦੇ ਨਾਲ ਜੀਵਨ ਸਫਲ ਹੁੰਦਾ। ਇਹ ਸੁਣ ਕੇ ਚੁੱਪ ਕਰ ਜਾਂਦੇ ਨੇ। ਪਾਤਸ਼ਾਹ ਜੀ ਕਹਿੰਦੇ ਵੀ ਜੇ ਸਮਝਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਸਮਝਾ ਦਈਏ। ਪਾਂਧਾ ਜੀ ਨੇ ਇੱਛਾ ਕੀਤੀ ਹੈ। ਉਹਦੀ ਭਾਵਨਾ ਵੇਖ ਕੇ ਸਤਿਗੁਰੂ ਜੀ ਉਪਦੇਸ਼ ਦੇਣ ਲੱਗੇ ਨੇ। ਇੱਥੋਂ ਕਥਾ ਦੀ ਆਰੰਭਤਾ ਹੁੰਦੀ ਆ। ਔਰ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਮਲ ਬਦਨ ਸੁਖ ਸਾਧਨ ਗੁਰ ਕਰੁਣਾ ਮਨ ਪਰ ਲਿਆਏ। ਕਮਲ ਵਰਗਾ ਮੁਖੜਾ ਸਤਿਗੁਰਾਂ ਜਿੱਦਾਂ ਖਿੜਿਆ ਹੋਇਆ, ਸੁੱਖਾਂ ਦੇ ਘਰ ਹਨ। ਕਿਰਪਾ ਕਰਨ ਲੱਗੇ ਨੇ। ਤਰਸ ਆ ਗਿਆ ਗੋਪਾਲ ਪਾਂਧਾ ਦੀ ਤੇ ਸਤਿਗੁਰਾਂ ਜੀ ਨੂੰ। ਪਾਂਧੇ ਪ੍ਰਤ ਕਲਿਆਣ ਦਾ ਬੋਲੇ ਸ਼ਬਦ ਉਠਾਏ। ਗੋਪਾਲ ਪਾਂਧੇ ਦੇ ਪਰਥਾਏ ਸਤਿਗੁਰੂ ਜੀ ਉਪਦੇਸ਼ ਸਾਰੇ ਸੰਸਾਰ ਨੂੰ ਦਿੰਦੇ ਹਨ। ਸ੍ਰੀ ਰਾਗ ਮਹਲ ਪਹਿਲਾ। ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ। ਭਾਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ। ਸਤਿਗੁਰੂ ਜੀ ਸ੍ਰੀ ਰਾਗ ਦੇ ਅੰਦਰ ਬਾਣੀ ਉਚਾਰਨ ਕਰਦੇ ਨੇ ਕਿ ਪਹਿਲੇ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ। ਲਿਖਣ ਵਾਸਤੇ ਸਾਨੂੰ ਪਹਿਲਾਂ ਸਿਆਹੀ ਚਾਹੀਦੀ ਹੈ। ਮੋਹ ਨੂੰ ਸਾੜ ਲਓ ਤੇ ਇਹਦੀ ਸਾੜ ਕੇ ਸਿਆਹੀ ਬਣਾਓ। ਪਹਿਲਾਂ
ਸਿਆਹੀ ਪਹਿਲਾਂ ਚਾਹੀਦੀ ਹੈ ਤਾਂ ਤੇ ਆਪਣੇ ਅੰਦਰੋਂ ਮੋਹ ਨੂੰ ਸਾੜਨ। ਫਿਰ ਲਿਖਣ ਵਾਸਤੇ ਚਾਹੀਦਾ ਅੱਗੇ ਕਾਗਜ਼। ਮਤ ਕਾਗਦ ਕਰ ਸਾਰ। ਕਿ ਸਤਿਗੁਰੂ ਜੀ ਕਹਿੰਦੇ ਹਨ ਆਪਣੀ ਜਿਹੜੀ ਮੱਤ ਹੈ ਉਹਨੂੰ ਕਾਗਜ਼ ਬਣਾਉਣਾ ਕਰੋ। ਭਾਉ ਕਲਮ ਕਰ। ਫਿਰ ਪ੍ਰੇਮ ਦੀ ਬਣਾਉਣੀ ਹੈ ਕਲਮ। ਭਾਉ ਕਲਮ ਕਰ। ਪ੍ਰੇਮ ਦੇ ਨਾਲ ਲਿਖਣਾ ਹੈ। ਪ੍ਰੇਮ ਦੀ ਬਣਾਓ ਕਲਮ। ਚਿਤ ਲਿਖਾਰੀ। ਤੇ ਜਿਹੜਾ ਲਿਖਾਰੀ ਹੈ ਲਿਖਣ ਵਾਲਾ ਉਹ ਆਪਣੇ ਚਿੱਤ ਨੂੰ ਬਣਾਓ। ਗੁਰ ਪੁੱਛ ਲਿਖ ਵਿਚਾਰ। ਲਿਖਣਾ ਕੀ ਹੈ? ਸਤਿਗੁਰਾਂ ਜੀ ਨੂੰ ਪੁੱਛ ਕੇ ਆਪਣੀ ਮੱਤ ਰੂਪੀ ਕਾਗਜ਼ ਤੇ ਪ੍ਰੇਮ ਦੀ ਕਲਮ ਦੇ ਨਾਲ ਲਿਖਣਾ ਕੀ ਹੈ? ਇਹ ਲਿਖਣਾ ਗੁਰੂ ਨੂੰ ਪੁੱਛ ਕੇ, ਆਪਣੀ ਮਰਜ਼ੀ ਨਾਲ ਨਹੀਂ ਲਿਖਣਾ। ਗੁਰੂ ਨੂੰ ਪੁੱਛ ਕੇ ਲਿਖਣਾ ਹੈ। ਲਿਖ ਨਾਮ ਸਲਾਹ ਲਿਖ। ਫਿਰ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਲਿਖਣੀ ਹੈ। ਲਿਖ ਅੰਤ ਨ ਪਾਰਾਵਾਰ। ਇਹ ਮੱਤ ਦੇ ਉੱਤੇ ਲਿਖਣਾ ਉਹ ਪ੍ਰਮਾਤਮਾ ਦਾ ਨਾਮ ਜਿਹਦਾ ਕੋਈ ਅੰਤ ਉਰਲਾ ਪਰਲਾ ਪਾਸਾ ਨਹੀਂ ਹੈ। ਬਾਬਾ ਇਹੋ ਲੇਖਾ ਲਿਖ ਜਾਣ। ਬਾਬਾ ਦਾ ਅਰਥ ਹੁੰਦਾ ਭਾਈ। ਇਹ ਭਾਈ ਇਹ ਲੇਖਾ ਲਿਖਣਾ ਜੇ ਕਿਤੇ ਤੂੰ ਜਾਣ ਦਵੇਂ ਸਮਝ ਲਵੇਂ। ਜਿੱਥੇ ਲੇਖਾ ਮੰਗੀਐ। ਫਿਰ ਜਿੱਥੇ ਵੀ ਹਿਸਾਬ ਕਿਤਾਬ ਮੰਗਿਆ ਜਾਵੇਗਾ ਤਿੱਥੇ ਹੋਏ ਸੱਚਾ ਨਿਸ਼ਾਨ। ਉੱਥੇ ਤੇਰੇ ਕੋਲੇ ਸੱਚੀ ਨਿਸ਼ਾਨੀ ਹੋਵੇਗੀ ਪ੍ਰਮਾਤਮਾ ਦੀ ਸਿਫਤ ਸਲਾਹ ਦੀ। ਕਿ ਜਿੱਥੇ ਜਦ ਤੇਰੇ ਕੋਲ ਮਾਲਕ ਦੀ ਨਿਸ਼ਾਨੀ ਫਿਰ ਤੈਨੂੰ ਕੋਈ ਰੋਕ ਟੋਕ ਨਹੀਂ ਹੈ, ਜਿੱਥੇ ਮਰਜ਼ੀ ਤੁਰਿਆ ਫਿਰ। ਆ ਲਿਖ ਲਓ ਭਾਈ ਆਪਣੀ ਮੱਤ ਦੇ ਉੱਤੇ ਪਰਮਾਤਮਾ ਦੀ ਸਿਫਤ ਸਲਾਹ। ਰਹਾਉ ਚੌਪਈ ਕਵੀ ਕਹੈ ਯਾ ਕੋ ਸੁਨ ਟੀਕਾ। ਕਵੀ ਜੀ ਕਹਿੰਦੇ ਹਨ ਇਹਦਾ ਭਾਈ ਟੀਕਾ, ਇਹਦੇ ਅਰਥ ਸੁਣ ਲਓ। ਸ਼੍ਰੀ ਮੁਖ ਨਿਕਸਿਓ ਕਲ ਪਦ ਨੀਕਾ। ਗੁਰੂ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਨਿਕਲੇ ਹੋਏ ਇਹ ਸੁੰਦਰ ਪਦੇ ਹਨ ਗੁਰਬਾਣੀ ਦੇ। ਪੁਰਾ ਸਾਰਦਾ ਫੁਰੀ ਸੁਹਾਵ ਹੈ। ਇਹ ਗੁਰੂ ਪਾਤਸ਼ਾਹ ਜੀ ਦੇ ਮੁਖ ਤੋਂ ਨਿਕਲੇ ਹੋਏ ਜੋ ਸੁੰਦਰ ਬਚਨ ਹਨ, ਸੋਹਣੀ ਬਾਣੀ ਹੈ। ਪਦਵੀ ਪਰਾ ਜਾਸ ਤੇ ਪਾਵ ਹੈ। ਪਰਾ ਪਦਵੀ ਦੇ ਵਿੱਚ ਜਾ ਕੇ ਵਾਸਾ ਹੋ ਜਾਇਆ ਕਰਦਾ। ਚਾਰ ਖਾਣੀਆਂ ਤੇ ਚਾਰ ਬਾਣੀਆਂ ਮੰਨੀਆਂ ਨੇ। ਚਾਰ ਖਾਣੀਆਂ ਅੰਡਜ ਜੇਰਜ ਸੇਤਜ ਪੂਤਪੁਜ, ਚਾਰ ਬਾਣੀਆਂ। ਤੇ ਆਹ ਬਾਣੀ ਜਿਹੜੀ ਆਪਾਂ ਬੋਲਦੇ ਹਾਂ ਜ਼ੁਬਾਨ ਤੋਂ, ਫਿਰ ਅੱਗੇ ਜੋ ਕੰਠ ਤੇ ਹੁੰਦੀ, ਉਸ ਤੋਂ ਅੱਗੇ ਹਿਰਦੇ 'ਚ ਹੁੰਦੀ, ਉਸ ਤੋਂ ਬਾਅਦ ਧੁਨੀ ਤੇ ਹੁੰਦੀ, ਉਹਨੂੰ ਕਹਿੰਦੇ ਪਰਾ ਬਾਣੀ। ਧੁਨੀ ਤੋਂ ਬੋਲਣਾ, ਬੜੇ ਗਹਿਰੇ ਬਚਨ। ਇਹ ਉਸ ਅਵਸਥਾ ਦੇ ਵਿੱਚ ਮਨੁੱਖ ਚਲਿਆ ਜਾਂਦਾ ਪਰਾ ਸਤਿਗੁਰਾਂ ਜੀ ਦੇ ਬਚਨ ਸੁਣ ਕੇ। ਦੇਹ ਤਰਾ ਜਾ ਕਾਰਨ ਧਰਨੀ। ਗੁਰੂ ਪਾਤਸ਼ਾਹ ਜੀ ਨੇ ਇਹ ਸਰੀਰ ਕਾਹਦੇ ਵਾਸਤੇ ਧਾਰਨ ਕਰਿਆ? ਸਰੀਰ ਧਰਤੀ ਤੇ ਬੈ ਲਗ ਕਰਨ ਲੱਗੇ ਸੋ ਕਰਨੀ। ਛੋਟੀ ਉਮਰ ਦੇ ਵਿੱਚ ਹੀ ਸਤਿਗੁਰਾਂ ਜੀ ਨੇ ਉਹ ਕਾਰਜ ਆਰੰਭ ਦਿੱਤਾ ਜਿਸ ਨੂੰ ਕਰਨ ਵਾਸਤੇ ਆਏ ਨੇ। ਅਨ ਅਵਸਥਾ ਉਪਦੇਸ਼ਕ ਕੇਰੀ। ਕਹਿੰਦੇ ਹਾਲੇ ਉਮਰ ਦੇ ਲਿਹਾਜ਼ ਨਾਲ ਵੇਖੀਏ ਤਾਂ ਉਪਦੇਸ਼ ਦੇਣ ਵਾਲੀ ਇਹ ਉਮਰ ਨਹੀਂ ਹੈ। ਧਰਾ ਅਧੀਰਜ ਸਕਹਿ ਨਾ ਹੇਰੀ। ਪਰ ਜਦੋਂ ਸੰਸਾਰ ਦੀ ਹਾਲਤ ਵੇਖਦੇ ਹਨ ਫਿਰ ਸਤਿਗੁਰੂ ਜੀ ਸਮੇਂ ਤੋਂ ਪਹਿਲਾਂ ਹੀ ਉਪਦੇਸ਼ ਦੇਣਾ ਆਰੰਭ ਕਰ ਦਿੰਦੇ ਹਨ। ਬਾਧੇ ਪ੍ਰਤ ਪੂਰਬ ਉਪਕਾਰਾ। ਇਹ ਸਾਰਿਆਂ ਦੇ ਉੱਤੇ ਉਪਕਾਰ ਭਲੇ ਦੀ ਖਾਤਰ ਗੋਪਾਲ ਪਾਂਧਾ ਜੀ ਦੇ ਪ੍ਰਤੀ ਉਪਦੇਸ਼ ਦਿੱਤਾ ਹੈ।
ਭਵ ਤਾਰਨ ਹਿਤ ਸ਼ਬਦ ਉਚਾਰਾ। ਹਰ ਇੱਕ ਜੀਵ ਨੂੰ ਭਵਜਲ ਸੰਸਾਰ ਤੋਂ ਪਾਰ ਕਰਨ ਦੇ ਲਈ ਗੁਰੂ ਜੀ ਬਾਣੀ ਉਚਾਰਨ ਕਰਦੇ ਹਨ। ਚਤੁਰ ਵੇਦ ਬਾਰ ਸਾਰ ਲਖਾਇਆ। ਜੋ ਸਾਰੇ ਵੇਦਾਂ ਦਾ ਤੱਤ ਹੈ, ਸਾਰ ਹੈ, ਸਤਿਗੁਰੂ ਜੀ ਲਿਖਾ ਦਿੰਦੇ, ਜਣਾ ਦਿੰਦੇ ਬਾਣੀ ਦੇ ਰਾਹੀਂ। ਤਰਹਿ ਸੇ ਨਰ ਸੁਨ ਮਨ ਵਸਾਇਆ। ਉਹ ਭਵਜਲ ਸੰਸਾਰ ਨੂੰ ਪਾਰ ਹੋ ਜਾਂਦੇ ਹਨ ਜਿਨ੍ਹਾਂ ਨੇ ਸੁਣ ਕੇ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾ ਲਿਆ। ਦੋਹਰਾ ਦੇਹ ਦੀਵਟੀ ਕੇ ਵਿਖੇ ਨੇਹ ਮੋਹ ਭਰਪੂਰ। ਇਹ ਜਿਹੜਾ ਸਰੀਰ ਹੈ ਨਾ, ਇੱਕ ਦੀਵਟੀ ਦੀਵੇ ਦੀ ਨਿਆਈ ਹੈ। ਇਹਦੇ ਵਿੱਚ ਮੋਹ ਭਰਿਆ ਹੋਇਆ ਹੈ, ਤੇਲ। ਬਾਤੀ ਵਿਸ਼ਯਨ ਬਾਸ਼ਨਾ ਅਗਨ ਗਿਆਨ ਤੇ ਦੂਰ। ਤੇ ਇਹਦੇ ਵਿੱਚ ਵਿਸ਼ੇ ਵਿਕਾਰਾਂ ਦੀ ਜਿਹੜੀ ਬੱਤੀ ਹੈ ਉਹ ਗਿਆਨ ਦੀ ਅਗਨ ਤੋਂ ਦੂਰ ਹੈ। ਚੌਪਈ ਗੁਰ ਪ੍ਰਸਾਦ ਕਰ ਟਿਗ ਜਬ ਹੋਇ ਹੈ। ਜਦੋਂ ਗੁਰੂ ਦੀ ਕਿਰਪਾ ਦੇ ਨਾਲ ਇਹ ਦੀਵਾ ਅਗਨੀ ਦੇ ਗਿਆਨ ਦੇ ਨੇੜੇ ਹੋ ਜਾਂਦਾ ਹੈ। ਆਤਮ ਗਿਆਨ ਲੈ ਪਦ ਪੈ ਹੈ। ਫਿਰ ਇਹ ਆਤਮਿਕ ਗਿਆਨ ਵਾਲੀ ਪਦਵੀ ਜੀਵ ਪ੍ਰਾਪਤ ਕਰ ਲੈਂਦਾ ਹੈ। ਸ਼੍ਰੀ ਨਾਨਕ ਹੋਏ ਗੁਰ ਦੁਖ ਖੋਊ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਦੁੱਖਾਂ ਦੇ ਨਾਸ ਕਰਨ ਵਾਲੇ ਹਨ। ਭੇ ਪ੍ਰਸੀਦ ਉਪਦੇਸ਼ਿਓ ਸੋਊ। ਪ੍ਰਸੰਨ ਹੋ ਕੇ ਸਤਿਗੁਰੂ ਜੀ ਉਪਦੇਸ਼ ਦੇ ਦਿੰਦੇ ਹਨ ਜੀਵ ਦੇ ਭਲੇ ਦੀ ਖਾਤਰ। ਨੇਹ ਮੋਹ ਜਬ ਪਾਂਧਾ ਜਾਰ ਹੋ। ਸਤਿਗੁਰੂ ਜੀ ਕਹਿੰਦੇ ਹੁਣ ਜਿਹੜਾ ਸਰੀਰ ਦਾ ਮੋਹ ਹੈ, ਜਦੋਂ ਆਪਾਂ ਇਹਨੂੰ ਸਾੜਾਂਗੇ, ਗਿਆਨ ਅਗਨ ਸੋ ਸਗਲ ਨਿਵਾਰ ਹੋ। ਗਿਆਨ ਦੀ ਅਗਨੀ ਦੇ ਨਾਲ ਬਿਲਕੁਲ ਨਿਵਰਤੀ ਕਰ ਦਿਓ, ਮੋਹ ਛੱਡ ਦਿਓ ਸਰੀਰ ਦਾ। ਸ਼ਰਧਾ ਧਰ ਕਾਜਰ ਬਰ ਪਾਵਹੁ। ਫਿਰ ਭਾਵਨਾ ਦੇ ਨਾਲ, ਭਾਵਨਾ ਦੀ ਕਲਮ ਦੇ ਨਾਲ ਮਤ ਰੂਪੀ ਕਾਗਜ਼ ਤੇ ਹੰ ਤਨ ਤਜਨਾ ਘਸਨ ਸਵਾਰ ਹੋ। ਇਹ ਸਰੀਰ ਦੀ ਜਿਹੜੀ ਹੰਗਤ ਹੈ ਨਾ, ਇਹਨੂੰ ਛੱਡਣਾ, ਇਹ ਮਨ ਨੂੰ ਘਸਾਉਣਾ ਹੈ। ਸੁਮਤ ਸਾਰ ਕੋ ਕਾਗਦ ਕਰੀਏ। ਸ੍ਰੇਸ਼ਟ ਮਤ ਦਾ ਕਾਗਜ਼ ਬਣਾਇਆ ਹੈ। ਭਾਵ ਕਲਮ ਕਰ ਮਨ ਕਰ ਧਰੀਏ। ਪ੍ਰੇਮ ਦੀ ਕਲਮ ਮਨ ਨੂੰ ਪਕੜਾਈਏ। ਲੇਖਕ ਚਿੱਤ ਬੂਝ ਗੁਰਦੁਆਰਾ। ਚਿੱਤ ਹੋਵੇ ਲੇਖਕ ਤੇ ਪੁੱਛਣਾ ਗੁਰੂ ਨੂੰ। ਲਿਖੀਏ ਸਤ ਆਸਤ ਵਿਚਾਰਾ। ਲਿਖਣਾ ਕੀ ਹੈ? ਸਤ ਤੇ ਅਸਤ ਦਾ ਵਿਚਾਰ। ਸਤ ਅਸਤ, ਸਤ ਦੇ ਅੱਗੇ ਐੜਾ ਲਾਤਾ, ਉਹ ਬਣ ਗਿਆ ਝੂਠ। ਸਤ ਸਤ ਹੈ, ਅਸਤ ਝੂਠ ਨੂੰ ਕਹਿੰਦੇ ਨੇ। ਮਨੁੱਖ ਨੇ ਇਸ ਗੱਲ ਦੀ ਵਿਚਾਰ ਕਰਨੀ ਹੈ ਵੀ ਕੀ ਸੱਚ ਹੈ ਤੇ ਕੀ ਝੂਠ ਹੈ। ਇਹ ਨਹੀਂ ਦੇਖਣਾ ਵੀ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ। ਬਾਹਰ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ, ਕਿਸੇ ਨਾਲ ਕੋਈ ਸੰਬੰਧ ਨਹੀਂ ਆਪਣਾ। ਆਪਣੇ ਆਪ ਦੀ ਵਿਚਾਰ ਕਰਨੀ ਹੈ ਵੀ ਸਰੀਰ 3 ਕਾਲ ਝੂਠ ਹੈ। ਕਿਉਂ ਝੂਠ ਹੈ? ਕਿਉਂਕਿ ਇਹ ਸਰੀਰ ਸਾਡੇ ਕੋਲ ਪਹਿਲਾਂ ਹੈ ਨਹੀਂ ਸੀ ਤੇ ਕੱਲ ਨੂੰ ਹੋਵੇਗਾ ਨਹੀਂ। ਹੁਣ ਜਿਹੜੀ ਚੀਜ਼ ਕੱਲ ਨਹੀਂ ਹੈ ਤੇ ਕੱਲ ਨੂੰ ਨਹੀਂ ਹੋਵੇਗੀ, ਇਹਦਾ ਭਾਵ ਅੱਜ ਵੀ ਉਹ ਚੀਜ਼ ਦੀ ਹੋਂਦ ਕੋਈ ਨਹੀਂ ਹੈ। ਅੱਜ ਵੀ ਨਹੀਂ ਹੈ ਉਹ। ਨਾ ਤਾਂ ਕੱਲ ਹੈ ਸੀ ਸਾਡੇ ਕੋਲ, ਨਾ ਕੱਲ ਨੂੰ ਰਹੇਗਾ। ਇਹਦਾ ਭਾਵ ਇਹ ਅੱਜ ਵੀ ਨਹੀਂ। ਇਸ ਗੱਲ ਦੀ ਵਿਚਾਰ ਕਰਨੀ ਹੈ ਵੀ ਇਹ ਤਨ ਜਿਹੜਾ 3 ਕਾਲ ਝੂਠ ਹੈ, ਸਤ ਨਹੀਂ ਹੈ। ਤੇ ਸਤ ਕੀ ਹੈ? ਇਹਦੇ ਅੰਦਰ ਜਿਹੜੀ ਆਤਮਾ ਕੰਮ ਕਰ ਰਹੀ ਹੈ, ਜਿਹਦੇ ਨਾਲ ਇਹ ਸਰੀਰ ਤੁਰਿਆ ਫਿਰਦਾ, ਉਹ ਸਤ ਹੈ। 3 ਚੀਜ਼ਾਂ ਸਾਡੇ ਕੋਲ ਕਈਆਂ ਨੇ ਵੀ, ਇੱਕ ਤਨ ਹੈ, ਇੱਕ ਮਨ ਹੈ ਤੇ ਇੱਕ ਆਤਮਾ। ਤਨ ਨੂੰ ਅਸੀਂ ਜਾਣਦੇ ਹਾਂ, ਮਨ ਨੂੰ ਵੀ ਅਸੀਂ ਜਾਣਦੇ ਹਾਂ, ਪਰ ਆਤਮਾ ਨੂੰ ਨਹੀਂ ਜਾਣਦੇ। ਕਿਉਂਕਿ ਆਤਮਾ ਸੂਖਮ ਹੈ। ਜਿਹੜੀ ਸਾਡੀ ਹਿਊਮਨ ਬਾਡੀ ਹੈ, ਇਹਨੂੰ ਕੰਟਰੋਲ ਕਰ ਰਿਹਾ ਕੌਣ? ਚਲਾ ਰਿਹਾ ਮਾਈਂਡ। ਇਹ ਸਾਨੂੰ ਪਤਾ ਹੈ ਸਭ ਨੂੰ। ਪਰ ਇਸ ਮਾਈਂਡ ਨੂੰ ਕੌਣ ਚਲਾ ਰਿਹਾ ਬਈ?
ਉਹ ਇੱਕ ਸੂਖਮ ਸ਼ਕਤੀ ਕੰਮ ਕਰ ਰਹੀ ਸਾਡੇ ਅੰਦਰ, ਸੂਖਮ ਦਿਖਾਈ ਨਹੀਂ ਦਿੰਦੀ, ਹੈਗੀ ਹੈ। ਤੇ ਉਹਨੂੰ ਆਤਮਾ ਦਾ ਨਾਮ ਦਿੱਤਾ ਗਿਆ ਵੀ ਉਹ ਪਰਮਾਤਮਾ ਦੀ ਅੰਸ਼ ਹੈ। ਆਤਮਾ ਧਾਰਮਿਕ ਜਗਤ ਦੇ ਵਿੱਚ ਆਤਮਾ ਦੀ ਗੱਲ ਕੀਤੀ ਜਾਂਦੀ ਕਿ ਭਾਈ ਆਤਮਾ ਨੂੰ ਪਰਮਾਤਮਾ 'ਚ ਲੀਨ ਕਰੀਏ, ਆਪਾਂ ਮਿਲਾਈਏ ਉਹਦੇ ਵਿੱਚ। ਪਰ ਹੁਣ ਆਤਮਾ ਸੂਖਮ ਹੋਣ ਕਰਕੇ ਤੇ ਮਨੁੱਖ ਮੁਨਕਰ ਹੋ ਗਿਆ। ਉਹ ਕਹਿੰਦਾ ਵੀ ਕੋਈ ਆਤਮਾ ਨਹੀਂ ਹੁੰਦੀ, ਕਿਉਂਕਿ ਆਤਮਾ ਕਿਹੜੇ ਕਿਸੇ ਦੇ ਨਜ਼ਰ ਆਉਂਦੀ, ਕਿਸੇ ਤੋਂ ਵੇਖੀ ਜਾਂਦੀ ਹੈ, ਦੇਖਣ ਦਾ ਵਿਸ਼ਾ ਨਹੀਂ ਹੈ ਉਹ। ਪਰ ਇਹ ਸੱਚ ਹੈ ਵੀ ਉਸ ਆਤਮਾ ਤੋਂ ਬਿਨਾ ਨਾ ਸਾਡਾ ਮਾਈਂਡ ਕੰਮ ਕਰੇ ਤੇ ਨਾ ਹੀ ਸਾਡੀ ਬਾਡੀ ਕੰਮ ਕਰੇ। ਆਤਮਾ ਤੋਂ ਬਿਨਾ ਨਹੀਂ ਇਹ ਕੰਮ ਕਰਦੀ। ਹੁੰਦਾ ਕੀ ਹੈ, ਜਦੋਂ ਸਰੀਰ ਦੀ ਡੈਥ ਹੁੰਦੀ ਹੈ, ਸਰੀਰ ਦਾ ਕੀ ਮਰਦਾ ਵੀ ਕੁਝ ਵੀ ਨਹੀਂ। ਦਿਮਾਗ ਇਸ ਸਰੀਰ ਦੇ ਵਿੱਚ ਹੀ ਪਿਆ ਹੁੰਦਾ ਹੈ, ਦਿਲ ਇਸ ਸਰੀਰ ਦੇ ਵਿੱਚ ਹੀ ਪਿਆ ਹੁੰਦਾ ਹੈ, ਸਾਰੇ ਅੰਗ ਸਰੀਰ ਦੇ ਵਿੱਚ ਪਏ ਹੁੰਦੇ ਨੇ। ਇੱਕ ਯੰਗ ਬੱਚਾ ਹੈ, ਸਭ ਕੁਝ ਉਹਦੇ ਅੰਦਰ ਹੈ। ਚਲੋ ਬਜ਼ੁਰਗਾਂ ਦਾ ਤਾਂ ਕੋਈ ਸਿਸਟਮ, ਕੋਈ ਅੰਗ ਖਰਾਬ ਵੀ ਹੋ ਸਕਦਾ ਹੈ। ਇੱਕ ਯੰਗ ਬੱਚਾ ਭਰ ਜ਼ਬਾਨੀ 'ਚ ਚੜ੍ਹਾਈ ਕਰਦਾ, ਉਹਦਾ ਤਾਂ ਕੁਝ ਵੀ ਨਹੀਂ ਹੋ ਗਿਆ, ਬੰਦਾ ਅੰਦਰ ਹੀ ਹੁੰਦਾ ਸਭ ਕੁਝ। ਪਰ ਹੁਣ ਨਾ ਦਿਮਾਗ ਕੰਮ ਕਰਦਾ, ਨਾ ਦਿਲ ਕੰਮ ਕਰਦਾ, ਸਰੀਰ ਵੀ ਨਹੀਂ ਕੰਮ ਕਰ ਰਿਹਾ। ਇਹਦਾ ਭਾਵ ਇਹ ਹੈ ਵੀ ਕੋਈ ਸ਼ਕਤੀ ਹੈ ਸੀ ਇਸ ਸਰੀਰ ਦੇ ਅੰਦਰ ਜਿਹੜੀ ਹੁਣ ਉਹ ਕੰਮ ਨਹੀਂ ਕਰ ਰਹੀ, ਜਿਹਦੇ ਕਰਕੇ ਸਰੀਰ ਜਵਾਬ ਦੇ। ਜਦੋਂ ਤੱਕ ਹੈਗੀ ਸੀ, ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਜਦੋਂ ਜੋਤ ਸਰੀਰ ਦੇ ਵਿੱਚ ਵਰਤਦੀ ਹੈ ਨਾ, ਜਦੋਂ ਤੱਕ, ਉਦੋਂ ਤੱਕ ਬੰਦਾ ਇਹ ਸਮਝਦਾ ਨਹੀਂ ਪਸ਼ੂਆਂ ਦੀ ਨਿਆਈ। ਪਸ਼ੂ ਦੇ ਕੋਲ ਸਮਝ ਨਹੀਂ ਹੈ, ਜੇ ਮਨੁੱਖ ਦੇ ਕੋਲ ਵੀ ਸਮਝ ਨਹੀਂ ਹੈ ਤੇ ਇਹ ਵੀ ਪਸ਼ੂ ਦੀ ਨਿਆਈ ਹੈ। ਕਿਉਂਕਿ ਪਸ਼ੂ ਦਾ ਜਿਸ ਤਰ੍ਹਾਂ ਜਨਮ ਹੁੰਦਾ ਉਸ ਤਰ੍ਹਾਂ ਹੀ ਉਹ ਰਹਿੰਦਾ ਤੇ ਉਸ ਤਰ੍ਹਾਂ ਹੀ ਮਰ ਜਾਂਦਾ ਹੈ। ਪਸ਼ੂ ਕੋਲ ਸਮਝ ਨਹੀਂ, ਉਨੀ ਕਿਹਾ ਜਿੰਨੀ ਕੁ ਬਸ ਸ਼ੁਰੂ ਤੋਂ ਲੈ ਕੇ ਅੰਤ ਤੱਕ ਰਹਿੰਦੀ, ਨਾ ਵੱਧਦੀ ਨਾ ਘਟਦੀ। ਜਬ ਲਉ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੂਝੈ। ਜਿਵੇਂ ਪਸ਼ੂ ਨੂੰ ਪਤਾ ਨਹੀਂ ਆਪਣੇ ਆਪ ਦਾ, ਤੇ ਬੰਦੇ ਨੂੰ ਵੀ ਆਪਣੇ ਆਪ ਦਾ ਨਾ ਪਤਾ ਲੱਗੇ। ਕਹਿੰਦੇ ਫਿਰ ਇਹ ਪਸ਼ੂਆਂ ਤੋਂ ਘੱਟ ਥੋੜੀ ਹੈ, ਕੋਈ ਪਸ਼ੂ ਹੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਸੋ ਇਸ ਤੋਂ ਅੱਗੇ ਜਾ ਕੇ ਆਤਮਾ, ਉਹ ਆਤਮਾ ਸੱਚ ਹੈ। ਬਸ ਉਸ ਸੱਚ ਨੂੰ ਸਮਝਣਾ ਹੈ, ਉਹ ਸੱਚ ਦੇ ਨਾਲ ਜੁੜਨਾ ਹੈ। ਸਰੀਰ ਅਸਤ ਹੈ, ਇਹ ਛੱਡਣਾ। ਲਿਖੀਏ ਸਤ ਅਸਤ ਵਿਚਾਰਾ, ਲਿਖਣਾ ਕੀ ਹੈ ਗੁਰੂ ਨੂੰ ਪੁੱਛ ਕੇ, ਸੱਚ ਅਤੇ ਝੂਠ ਦੀ ਵਿਚਾਰ। ਗੁਰੂ ਜੀ ਦੇ ਕੋਲ ਬੈਠ ਕੇ ਨਿਰਣਾ ਕਰਨਾ ਇਸ ਗੱਲ ਦਾ ਵੀ ਸੱਚ ਕੀ ਹੈ, ਝੂਠ ਕੀ ਹੈ। ਦੋਹਰਾ ਅਸ ਲੇਖਾ ਲਿਖ ਜਾਨ ਤੂੰ, ਜਿਸ ਤੇ ਊਨ ਨਾ ਹੋਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਇਹੋ ਜਿਹਾ ਲੇਖਾ ਲਿਖਣਾ ਸਿੱਖ ਲੋ ਜਿਸ ਤੇ ਊਣ ਨਾ ਹੋਏ। ਇਹਦੇ ਵਿੱਚ ਕਦੇ ਵੀ ਘਾਟਾ ਨਹੀਂ ਪਵੇਗਾ। ਸੱਚ ਦੇ ਵਪਾਰ ਦੇ ਵਿੱਚ ਕਦੇ ਘਾਟਾ ਨਹੀਂ ਹੈ, ਕਦੇ ਵੀ ਨਹੀਂ ਪੈਂਦਾ। ਸੱਚ ਦਾ ਵਪਾਰ ਕਰ ਲੋ। ਲਿਖੋ ਨਾਮ ਤੇ ਸਿਫਤ ਲਿਖ, ਅੰਤ ਨਾ ਪੁਰ ਉਰ ਕੋਏ। ਜਿਸ ਪਰਮਾਤਮਾ ਦਾ ਕੋਈ ਆਰ ਪਾਰ ਅੰਤ ਨਹੀਂ ਹੈ, ਉਸ ਪਰਮਾਤਮਾ ਦਾ ਨਾਮ, ਉਸ ਪਰਮਾਤਮਾ ਦੀ ਸਿਫਤ ਸਲਾਹ ਲਿਖਣੀ। ਚੌਪਈ ਜੇ ਸਤਾਨ ਲੇਖਾ ਅਮਲੇਈ, ਜਿਸ ਥਾਂ ਤੇ ਜਾ ਕੇ ਫਿਰ ਐਂਡ ਤੇ ਹਿਸਾਬ ਕਿਤਾਬ ਹੁੰਦਾ ਅਖੀਰ ਤੇ। ਸੱਚ ਨਿਸ਼ਾਨੀ ਹੇਰ ਮੁਚੇਈ, ਹੁਣ ਜਿਹਦੇ ਕੋਲ ਸੱਚ ਦੀ ਨਿਸ਼ਾਨੀ ਹੁੰਦੀ ਹੈ, ਹੇਰ ਮਚੇਈ, ਹੇਰ ਨਾਮ ਦੇਖਣ ਦਾ, ਮਚੇਈ ਨਾਮ ਛੱਡਣ ਦਾ। ਸੱਚ ਵੇਖ ਕੇ ਉਹਨੂੰ ਫਿਰ ਛੱਡ ਦਿੱਤਾ ਜਾਂਦਾ ਵੀ ਇਹਦੇ ਕੋਲ ਸੱਚ ਹੈ। ਕੀ ਕਹਿੰਦੇ ਪਾਤਸ਼ਾਹ ਜੀ ਵੀ ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਇੱਕ ਨਿਮਕ ਮਾਤਰ ਦਾ ਸਿਮਰਤ ਛੁਟਕਾਰਾ ਦਵਾ ਦਿੰਦਾ। ਬਾਕੀ ਜਿਹੜੇ ਦਿਖਾਵੇ ਦੇ ਕਰਮ ਨੇ, ਸਾਹਿਬ ਜੀ ਕਹਿੰਦੇ ਜਾਮਾਂ ਦੀ ਜਮ ਜਿਹੜੇ ਨੇ ਜਗਾਤ ਵੱਲੋਂ ਲੁੱਟ ਲੈਂਦੇ ਆ। ਜਿਵੇਂ ਰਾਹ ਦੇ ਵਿੱਚ ਕੋਈ ਚੁੰਗੀ ਲੈ ਲੈਂਦਾ ਨਾ, ਐਂ ਲੁੱਟ ਲੈਂਦੇ। ਪਰ ਜਿਹੜਾ ਇਹ ਸਿਮਰਨ ਹੈ, ਇਹਨੂੰ ਨਹੀਂ ਕੋਈ ਲੈ ਸਕਦਾ,
ਕਿਉਂਕਿ ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਲ। ਨਾ ਇਹਨੂੰ ਕੋਈ ਚੋਰ ਲੈ ਸਕਦਾ, ਨਾ ਇਹਨੂੰ ਅੱਗ ਜਾ ਸਕਦੀ, ਨਾ ਪਾਣੀ ਰੋੜ ਕੇ ਸੜ ਲਿਜਾ ਸਕਦਾ। ਇਹ ਕੋਲ ਹੀ ਰਹਿੰਦਾ ਨਾਮ। ਤਾਂ ਤੇ ਜੀਵ ਦਾ ਹਰ ਇੱਕ ਥਾਂ ਤੇ ਛੁਟਕਾਰਾ ਹੋ ਜਾਇਆ। ਕਿਸ ਤਰ੍ਹਾਂ ਹੁੰਦਾ? ਉਹਦੇ ਲਈ ਉਦਾਹਰਨ ਦਿੰਦੇ ਹਨ। ਕੋਸ਼ਪ ਹੋਏ ਸ਼ਾਹ ਕੋ ਜੈਸੇ। ਜਿਵੇਂ ਕਹਿੰਦੇ ਇੱਕ ਬਾਦਸ਼ਾਹ ਹੁੰਦਾ ਹੈ ਤੇ ਉਹਦਾ ਖਜ਼ਾਨਾ ਮੰਤਰੀ ਹੈ। ਤੇ ਸੁਲਕ ਭ੍ਰਿਤ ਲੈ ਕੈਸੇ। ਦੱਸੋ ਵੀ ਜਿਹੜੇ ਰਾਜੇ ਦੇ ਨੌਕਰ ਨੇ, ਫਿਰ ਉਹ ਰਾਜੇ ਦੇ ਖਜ਼ਾਨਚੀ ਦੇ ਕੋਲੋਂ, ਖਜ਼ਾਨੇ ਮੰਤਰੀ ਦੇ ਕੋਲੋਂ, ਉਹਦੇ ਕੋਲੋਂ ਜਜੀਆ ਕਿਵੇਂ ਲੈ ਸਕਦੇ ਆ? ਉਹਨੂੰ ਨਹੀਂ ਲਾਉਂਦੇ ਜਜੀਆ, ਉਹਨੂੰ ਕੁਝ ਨਹੀਂ ਕਹਿੰਦੇ। ਆਪ ਉਪਾਇਨ ਦੇ ਮਿਲੈ ਹੈ। ਸਗੋਂ ਉਹਨੂੰ ਆਪਣੇ ਵੱਲੋਂ ਭੇਟਾ ਦਿੰਦੇ ਨੇ। ਉਹਦੇ ਕੋਲੋਂ ਮੰਗਦੇ ਨਹੀਂ, ਲੈਂਦੇ ਨਹੀਂ, ਸਗੋਂ ਦਿੰਦੇ ਹਨ। ਡਰ ਉਰ ਕਰ ਪੁਨ ਸकुच ਚਲੈ ਹੈ। ਸਗੋਂ ਉਹਦੇ ਕੋਲੋਂ ਡਰਦੇ ਹੋਏ ਸੰਕੋਚ ਕੇ ਚੱਲਦੇ ਨੇ। ਭਈ ਇਹ ਰਾਜੇ ਦਾ ਖਜ਼ਾਨਾ ਮੰਤਰੀ ਹੈ, ਬਈ ਇਹ ਰਾਜੇ ਦੇ ਕੋਲ ਰਹਿੰਦਾ ਹੈ। ਉਹਨੂੰ ਫਿਰ ਦੁਆ ਸਲਾਮ ਕਰਦੇ ਆ, ਉਹਦੇ ਅੱਗੇ ਹੱਥ ਜੋੜਦੇ ਆ ਵੀ ਆਪਾਂ ਇਹ ਤੋਂ ਕੰਮ ਵੀ ਕੋਈ ਲੈ ਸਕਦੇ ਆ, ਨੇੜੇ ਆ ਨਾ ਰਾਜੇ ਦੇ। ਇਸ ਤਰ੍ਹਾਂ ਜਿਹੜਾ ਜੀਵ ਭਾਈ ਪਰਮਾਤਮਾ ਦੇ ਨੇੜੇ ਹੈ, ਜਿਹਦੇ ਕੋਲ ਇਹ ਸੱਚਾ ਖਜ਼ਾਨਾ ਹੈ। ਅਸ ਲੇਖਾ ਜੇ ਤੁਵ ਉਰ ਪਾਧਾ। ਪਾਤਸ਼ਾਹ ਜੀ ਕਹਿੰਦੇ ਵੀ ਜੇ ਆਹ ਹਿਸਾਬ ਕਿਤਾਬ ਹੋਇਆ ਨਾ ਪਾਂਧਾ ਜੀ ਆਪਣੇ ਕੋਲ, ਉਧਰੈ ਗੋ ਭਵ ਸਿੰਧ ਅਗਾਧਾ। ਤਾਂ ਫਿਰ ਆਹ ਜਿਹੜਾ ਅਥਾਹ ਸਮੁੰਦਰ ਹੈ ਨਾ ਡੂੰਘਾ, ਇਹਨੂੰ ਤੁਸੀਂ ਸੌਖੇ ਤਰ ਜਾਓਗੇ। ਜੀਵ ਅਨੋਜ ਜਾਏ ਜਿਹ ਜਾਈ। ਜਿੱਥੇ ਜੀਵ ਜਾਂਦਾ ਹੈ, ਜਿੱਥੇ ਇਹਦੇ ਕੋਲ ਕੋਈ ਪਾਵਰ ਸ਼ਕਤੀ ਨਹੀਂ ਹੁੰਦੀ, ਨਿਮਾਣਾ ਹੁੰਦਾ ਹੈ। ਪਰਮ ਮੀਤ ਜਿਉ ਤਹਾਂ ਸਹਾਈ। ਇਹ ਜਿਹੜਾ ਨਾਮ ਹੈ ਇਹ ਉਸ ਤਰ੍ਹਾਂ ਸਹਾਇਤਾ ਕਰਦਾ ਜਿਵੇਂ ਆਪਣਾ ਬਹੁਤ ਪਰਮ ਵੱਡਾ ਪਿਆਰਾ ਮਿੱਤਰ ਹੁੰਦਾ ਹੈ। ਸਾਰਬ ਭੂਮ ਸ਼ਰਨ ਜਿਹ ਪਰਨਾ। ਜਿਹੜਾ ਸਾਰੀ ਭੂਮ ਦਾ ਜਿਹੜਾ ਰਾਜਾ ਹੈ, ਜੇ ਉਹਦੀ ਸ਼ਰਨ ਦੇ ਵਿੱਚ ਕੋਈ ਪੈ ਜਾਂਦਾ ਹੈ, ਤਿੰਨ ਨਰ ਉਰ ਡਰ ਕਿਉਂ ਫਿਰ ਕਰਨਾ। ਫਿਰ ਉਹਨੇ ਕਿਸੇ ਕੋਲੋਂ ਕਾਹਨੂੰ ਡਰਨਾ ਹੁੰਦਾ ਹੈ? ਸਾਰ ਭੂਮੀ ਹੁੰਦਾ ਵੀ ਜਿਹੜਾ ਸਾਰੀ ਧਰਤੀ ਦਾ ਰਾਜਾ, ਚੱਕਰਵਰਤੀ ਰਾਜਾ ਹੈ। ਤੇ ਜਦੋਂ ਉਹਦੀ ਸ਼ਰਨ ਦੇ ਵਿੱਚ ਕੋਈ ਆ ਗਿਆ, ਫਿਰ ਉਹਨਾਂ ਦਾ ਕੋਈ ਡਰ ਰਹਿੰਦਾ ਨਹੀਂ ਨਾ, ਉਹਦਾ ਡਰ ਖਤਮ ਹੈ। ਮੇਰਾ ਹੁਣ ਕੀ ਕਰ ਲੂਗਾ ਕੋਈ? ਬੇਪਰਵਾਹ ਸਦਾ ਰੰਗ ਹਰ ਕੋ, ਜਾ ਕੋ ਪਾਖ ਸੁਆਮੀ। ਜਿਨ੍ਹਾਂ ਦਾ ਪੱਖ ਕਰਨ ਵਾਲਾ ਵਾਹਿਗੁਰੂ ਹੋਵੇ ਤੇ ਉਹਨਾਂ ਨੂੰ ਕਿਸੇ ਦੀ ਪਰਵਾਹ ਹੀ ਨਹੀਂ ਹੁੰਦੀ। ਮਾਲਕ ਦੀ ਸ਼ਰਨ ਵਿੱਚ ਆ ਕੇ ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ। ਭਗਤ ਸਦਨਾ ਜੀ ਇਹ ਗੱਲ ਕਹਿ ਰਹੇ ਨੇ ਆਪਣੀ ਬਾਣੀ ਦੇ ਅੰਦਰ, ਭਈ ਸਿੰਘ ਸਾਰਨ ਕਤ ਜਾਈਐ ਜੋ ਜੰਬਕ ਗਰਾਸੈ। ਕਹਿੰਦੇ ਫਿਰ ਸ਼ੇਰ ਦੀ ਸ਼ਰਨ ਦੇ ਵਿੱਚ ਕਾਹਦੇ ਵਾਸਤੇ ਜਾਣਾ ਜੇ ਗਿੱਦੜਾ ਨਹੀਂ ਫੜ ਲਿਆ? ਕੋਈ ਫਾਇਦਾ ਨਹੀਂ ਨਾ ਹੋਇਆ। ਸ਼ੇਰ ਦੀ ਸ਼ਰਨ ਦੇ ਵਿੱਚ ਗਿਆ, ਗਿੱਦੜ ਵੇਖ ਵੀ ਨਹੀਂ ਸਕਦਾ ਉਧਰ ਨੂੰ, ਕਿਉਂਕਿ ਤਾਂ ਵੇਖਦੇ ਹੀ ਭੱਜ ਜਾਂਦਾ ਸ਼ੇਰ ਨੂੰ। ਇਸ ਤਰ੍ਹਾਂ ਜਦੋਂ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਾਂ, ਫਿਰ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਡਰ ਰਹਿਣਾ ਨਹੀਂ ਚਾਹੀਦਾ। ਜੇ ਡਰ ਗਿਆ ਨਹੀਂ, ਫਿਰ ਇੱਥੇ ਆਉਣ ਦਾ ਕੀ ਫਾਇਦਾ? ਬਈ ਸਿੰਘ ਸਾਰਨ ਕਤ ਜਾਈਏ, ਕਾਹਦੇ ਲਈ ਜਾਣਾ ਸ਼ੇਰ ਦੀ ਸ਼ਰਨ ਦੇ ਵਿੱਚ? ਜੋ ਜੰਬਕ ਗਰਾਸਾ, ਜੇ ਗਿੱਦੜਾ ਨੇ ਫੜ ਲਿਆ। ਸੋ ਜੇ ਆਪਣੇ ਅੰਦਰੋਂ ਵਹਿਮ ਭਰਮ ਡਰ ਨਹੀਂ ਖਤਮ ਹੋਏ ਤਾਂ ਸਤਿਗੁਰਾਂ ਜੀ ਦੀ ਸ਼ਰਨ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ। ਸਤਿਗੁਰਾਂ ਜੀ ਦੀ ਸ਼ਰਨ ਦੇ ਵਿੱਚ ਆਉਣ ਦਾ ਫਾਇਦਾ ਵੀ ਹੁਣ ਕੋਈ ਡਰ ਨਹੀਂ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੋਈ ਡਰ ਨਹੀਂ, ਕਿਸੇ ਦਾ ਕੋਈ ਡਰ ਨਹੀਂ, ਕੋਈ ਕੁਝ ਨਹੀਂ ਵਿਗਾੜ ਸਕਦਾ। ਆਹ ਭਾਵਨਾ ਬਣ ਜਾਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਕੇ, ਵੀ ਮੈਨੂੰ ਕਾਹਦਾ ਡਰ ਹੈ ਬਈ, ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਹੈ। ਆਪਣੇ ਮਹਾਰਾਜਾ ਭੁਪਿੰਦਰ ਸਿੰਘ ਜੀ
ਆਪਾਂ ਇੱਕੋ ਹੀ ਅੰਗ ਲੈਣਾ ਜਿਹੜਾ ਆਪਣੇ ਕੰਮ ਦਾ, ਬਾਕੀ ਉਹਨਾਂ ਦੇ ਜੀਵਨ ਦੀ ਆਪਾਂ ਕੋਈ PhD ਨਹੀਂ ਕਰਨੀ ਹੈ। ਅੰਗਰੇਜ਼ਾਂ ਨਾਲ ਸੰਬੰਧ ਉਹਨਾਂ ਦੇ, ਸਿਕਿਉਰਿਟੀ ਮਿਲੀ ਹੋਈ ਹੈ। ਜਿਸ ਵਕਤ ਉਹ ਸਿੰਘ ਸਭਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਜਾਂਦੇ, ਆਪਣੇ 11, 12, 13 ਪੋਹ, ਤਾਂ ਉੱਥੇ ਆਪਣੀ ਸਾਰੀ ਸਿਕਿਉਰਿਟੀ ਨੂੰ ਕਹਿੰਦੇ ਵੀ ਹੁਣ ਤੁਸੀਂ ਮੇਰੇ ਪਿੱਛੇ ਨਹੀਂ ਆਉਣਾ, ਬਾਹਰ ਖੜ੍ਹ ਜਾਓ ਸਿਕਿਉਰਿਟੀ ਵਾਲਿਆਂ ਨੂੰ, ਕਿਉਂਕਿ ਹੁਣ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਿਆ, ਹੁਣ ਮੈਨੂੰ ਕੋਈ ਡਰ ਨਹੀਂ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਣ ਵੀ ਹੈ ਉਹਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਗਿਆ, ਕਹਿੰਦਾ ਹੁਣ ਮੈਨੂੰ ਕੋਈ ਡਰ ਨਹੀਂ, ਸਿਕਿਉਰਿਟੀ ਬਾਹਰ, ਕੋਈ ਗੱਲ ਮੈਂ ਅੰਦਰ ਨਹੀਂ ਜਾਂਦਾ। ਇੱਥੇ ਕਾਹਦਾ ਡਰ ਹੈ? ਗੁਰੂ ਦੀ ਸ਼ਰਨ ਵਿੱਚ ਆ ਕੇ ਕਿ ਇੱਥੇ ਆ ਗਏ ਤਾਂ ਕੋਈ ਡਰ ਨਹੀਂ, ਜੇ ਮਰ ਵੀ ਗਏ ਨਾ ਤਾਂ ਵੀ ਕੋਈ ਗੱਲ ਨਹੀਂ। ਕਬੀਰ ਮੋਹੇ ਮਰਨ ਕਾ ਚਾਓ ਹੈ, ਮਰੋਂ ਤੋਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰ ਹਮਾਰਾ ਵਾਰ। ਜੇ ਇੱਥੇ ਮਰ ਵੀ ਗਿਆ ਕਹਿੰਦੇ ਤਾਂ ਵੀ ਕੋਈ ਗੱਲ ਨਹੀਂ, ਮਾਲਕ ਦੇ ਦਰ ਤੇ ਤਾਂ ਮਰਿਆ ਨਾ, ਮੇਰੇ ਮਾਲਕ ਨੇ ਤਾਂ ਵੀ ਸੰਭਾਲ ਲੈਣਾ ਮੈਨੂੰ ਜੇ ਮੈਂ ਮਰ ਵੀ ਗਿਆ। ਸੋਚੋ ਵਿਚਾਰੋ ਕਿ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਆਪਾਂ ਜਦੋਂ ਤੱਕ ਨਿਰਭਉ ਦਾ ਸਿਮਰਨ ਨਹੀਂ ਨਾ ਕਰਦੇ, ਉਦੋਂ ਤੱਕ ਆਪਣੇ ਅੰਦਰੋਂ ਡਰ ਨਹੀਂ ਖਤਮ ਹੋਣਾ। ਸਿਮਰਨ ਕਰਨਾ, ਚੇਤੇ ਰੱਖਣਾ ਵੀ ਸਦਾ ਅੰਗ ਸੰਗੇ ਅਭੰਗੰ ਹੋਤੇ। ਮੇਰਾ ਮਾਲਕ ਹਰ ਵਕਤ ਮੇਰੇ ਨਾਲ ਹੈ, ਨਾਲ ਹੀ ਹੈ। ਨਾਲ ਹੋਵੰਦਾ ਲੈ ਨਾ ਸਕੰਦਾ, ਸੁਆਓ ਨਾ ਜਾਣੈ ਮੂੜਾ। ਆਪਾਂ ਜਾਣਦੇ ਨਹੀਂ ਹੈ ਤਾਂ ਆਪਣੇ ਨਾਲ ਹੀ ਹੈ। ਵਿਸ਼ਵਾਸ ਪੱਕਾ ਕਰੋ, ਭਰੋਸਾ ਕਿ ਮੇਰਾ ਮਾਲਕ ਮੇਰੇ ਨਾਲ ਹੈ। ਜਦੋਂ ਮੇਰੇ ਨਾਲ ਹੈ ਤਾਂ ਫਿਰ ਮੈਨੂੰ ਕਾਹਦਾ ਡਰ ਹੈ ਬਈ। ਇੱਕ ਬੱਚਾ ਹੈ ਜਿਹੜਾ ਆਪਣੇ ਪਿਤਾ ਤੇ ਮਾਂ ਤੇ ਵਿਸ਼ਵਾਸ ਰੱਖਦਾ ਵੀ ਜੇ ਮੇਰੀ ਮਾਂ ਮੇਰੇ ਨਾਲ ਹੈ ਮੈਨੂੰ ਕਾਹਦਾ ਡਰ ਹੈ, ਪਿਓ ਮੇਰਾ ਨਾਲ ਹੈ ਕਾਹਦੇ ਡਰ ਹੈ। ਤੇ ਜਿਹੜਾ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ, ਆਪਾਂ ਉਹਦੇ ਤੇ ਵਿਸ਼ਵਾਸ ਨਹੀਂ ਬਣਿਆ। ਸੋ ਸਤਿਗੁਰੂ ਜੀ ਕਹਿੰਦੇ ਵੀ ਜਿਵੇਂ ਇੱਕ ਚੱਕਰਵਰਤੀ ਰਾਜੇ ਦੀ ਸ਼ਰਨ ਦੇ ਵਿੱਚ ਕੋਈ ਆ ਜਾਂਦਾ ਹੈ ਤੇ ਉਹਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਰਹਿੰਦਾ, ਇਸ ਤਰ੍ਹਾਂ ਜਦੋਂ ਅਸੀਂ ਜੀਵ ਪਰਮਾਤਮਾ ਦੀ ਸ਼ਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਂਦੇ ਹਾਂ, ਫਿਰ ਸਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਰਹਿੰਦਾ। ਨਹੀਂ ਤਾਂ ਫਿਰ ਡਰ ਡਰ ਮਰਤੇ ਜਬ ਜਾਨੀਆਂ ਦੂਰ। ਡਰ ਕੇ ਕਿਉਂ ਮਰ ਰਹੇ ਆ? ਰੱਬ ਨੂੰ ਦੂਰ ਸਮਝਦੇ ਆਪਾਂ, ਪਤਾ ਰੱਬ ਕਿੰਨੀ ਕੁ ਦੂਰ ਬੈਠਿਆ। ਭਾਈ ਪਰਮਾਤਮਾ ਤਾਂ ਕਉ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਹੱਥਾਂ ਪੈਰਾਂ ਤੋਂ ਵੀ ਨੇੜੇ ਆ। ਫਿਰ ਜਿੱਥੈ ਹਰਿ ਅਰਾਧੀਐ ਤਿੱਥੈ ਹਰਿ ਮਿੱਤ ਸਹਾਈ, ਗੁਰ ਕਿਰਪਾ ਤੇ ਹਰਿ ਮਨ ਵਸੈ, ਹੋਰਤ ਵਿਦ ਲਿਆ ਨਾ ਜਾਈ। ਜਿੱਥੈ ਹਰਿ ਅਰਾਧੀਐ, ਜਿੱਥੇ ਮਰਜ਼ੀ ਯਾਦ ਕਰ ਲਓ, ਉਹਨੇ ਆਉਣਾ ਥੋੜੀ ਕਿਤੋਂ, ਉਹ ਤਾਂ ਸਾਰੀਆਂ ਥਾਵਾਂ ਤੇ ਮੌਜੂਦ ਹੈ, ਸਾਰੀਆਂ ਥਾਵਾਂ ਤੇ। ਸਾਡਾ ਵਿਸ਼ਵਾਸ ਹੋਣਾ ਚਾਹੀਦਾ ਹੈ। ਮੁਕਤੀ ਕੀ ਹੈ? ਮੁਕਤੀ ਇਹੀ ਹੈ ਜਿਹੜੀ ਆਪਾਂ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕਰਦੇ ਹਾਂ ਨਾ, ਉਹਨੂੰ ਗੁਰਬਾਣੀ ਨਹੀਂ ਮੰਨਦੀ। ਉਹ ਨਹੀਂ, ਗੁਰਬਾਣੀ ਨਹੀਂ ਮੰਨਦੀ। ਗੁਰਬਾਣੀ ਤਾਂ ਇਹ ਸਵਾਲ ਕਰਦੀ ਹੈ, ਬੇਣੀ ਕਹੈ ਸੁਣੋ ਰੇ ਸੰਤੋ, ਮਾਰਨ ਮੁਕਤ ਕਿਨ ਪਾਈ। ਕਹਿੰਦੇ ਸੰਤ ਜਨੋ, ਇਹ ਭਗਤ ਜਨੋ, ਇੱਕ ਗੱਲ ਦੱਸੋ ਮੈਨੂੰ ਵੀ ਮਰਨ ਤੋਂ ਬਾਅਦ ਮੁਕਤੀ ਕਿਹਨੇ ਪ੍ਰਾਪਤ ਕਰੀ ਬਈ? ਹੁਣ ਮਰਨ ਵਾਲਾ ਆ ਕੇ ਦੱਸੂਗਾ ਉਰੇ ਵੀ ਮੈਂ ਮੁਕਤ ਹੋ ਗਿਆ? ਕੋਈ ਮਰ ਕੇ ਦੱਸੂਗਾ? ਕੋਈ ਮੈਸੇਜ ਭੇਜਦਾ WhatsApp ਤੇ ਵੀ ਮੈਂ ਮੁਕਤ ਹੋ ਗਿਆ? ਕੌਣ ਦੱਸੇਗਾ ਮਰਨ ਵਾਲੇ? ਜਿਹੜਾ ਮਰ ਗਿਆ ਤੇ ਮਰ ਗਿਆ। ਹੁਣ ਮਰ ਗਿਆ ਇਹ ਤਾਂ ਉਹਨੂੰ ਪਤਾ ਵੀ ਅੱਗੇ ਕੀ ਹੁੰਦਾ ਹੈ, ਆਪਾਂ ਨੂੰ ਤਾਂ ਪਤਾ ਹੀ ਨਹੀਂ। ਤੇ ਮੁੜ ਕੇ ਕੋਈ ਆਇਆ ਨਹੀਂ ਵੀ ਜਿਹੜਾ ਦੱਸ ਦੇਵੇ। ਹਾਲਾਂਕਿ ਸਾਇੰਟਿਸਟ ਜਿਹੜੇ ਹਨ ਉਹਨਾਂ ਨੇ ਇਸ ਤੇ ਐਕਸਪੈਰੀਮੈਂਟ ਕਰਿਆ ਵੀ ਮਰਨ ਤੋਂ ਬਾਅਦ ਹੁੰਦਾ ਕੀ ਹੈ।
ਉਹ ਆਪਣੇ ਇੱਕ ਸਾਥੀ ਨੂੰ, ਆਪਣੇ ਵਿਗਿਆਨੀ ਨੂੰ ਜ਼ਹਿਰ ਦੇ ਕੇ ਮਾਰਦੇ ਨੇ, ਉਹ ਇਹ ਸ਼ਰਤ ਤੇ ਵੀ ਤੂੰ ਮਰਨ ਤੋਂ ਬਾਅਦ ਸਾਨੂੰ ਦੱਸਣਾ ਹੈ। ਐਕਸਪੈਰੀਮੈਂਟ ਕਰਦੇ ਆ ਉਹ। ਪਰ ਜਦੋਂ ਮਰ ਜਾਂਦਾ ਹੈ, ਆਤਮਾ ਸਰੀਰ ਤੋਂ ਵੱਖਰੀ ਹੋ ਜਾਂਦੀ ਹੈ, ਉਹਨਾਂ ਦੇ ਪੱਲੇ ਕੁਝ ਨਹੀਂ ਪਿਆ, ਕੁਝ ਨਹੀਂ ਦੱਸ ਸਕੇ। ਉਹ ਐਕਸਪੈਰੀਮੈਂਟ ਕਰਕੇ ਸਾਇੰਟਿਸਟ ਥੱਕ ਗਏ ਵੀ ਮਰਨ ਤੋਂ ਬਾਅਦ ਹੁੰਦਾ ਕੀ ਹੈ। ਉਹਨਾਂ ਨੂੰ ਖੁਦ ਨਹੀਂ ਸਮਝ ਆਈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਧਰਮ ਨੂੰ ਇੱਕ ਪਾਸੇ ਰੱਖਦੇ ਹਾਂ, ਸਾਇੰਸ ਤਾਂ ਜ਼ਿਆਦਾ ਮੰਨਦੇ ਆ ਨਾ ਆਪਾਂ, ਸਾਇੰਟਿਸਟ ਵੀ ਨਹੀਂ ਸਮਝ ਪਾਏ ਕਿ ਇਹ ਆਤਮਾ ਜਿਹੜੀ ਹੈ ਨਾ, ਇਹ ਸਰੀਰ ਦੇ ਰਾਹੀਂ ਹੀ ਕੰਮ ਕਰਦੀ ਹੈ। ਔਰ ਇਹ ਵੀ ਚੇਤੇ ਰੱਖੋ ਵੀ ਇੱਕ ਸਰੀਰ ਦੇ ਵਿੱਚ ਇੱਕੋ ਹੀ ਆਤਮਾ ਕੰਮ ਕਰਦੀ ਹੈ, ਦੋ ਨਹੀਂ। ਕਿਉਂਕਿ ਆਤਮਾ ਹੈ ਹੀ ਇੱਕ, ਦੋ ਤਾਂ ਹੈ ਹੀ ਨਹੀਂ ਨਾ। ਆਤਮਾਵਾਂ ਦੋ ਨਹੀਂ ਹਨ, ਇੱਕੋ ਹੀ ਹੈ। ਆ ਜਿਹੜੇ ਕਹਿੰਦੇ ਵੀ ਸਾਡੇ ਵਿੱਚ ਆਤਮਾ ਆ ਗਈ, ਚਲੋ ਮੈਂ ਤਾਂ ਮੰਨ ਲੈਂਦਾ ਵੀ ਆ ਗਈ, ਪਰ ਜਦੋਂ ਅਸੀਂ ਉਹਨੂੰ ਕੁੱਟਦੇ ਹਾਂ ਡੰਡੇ ਨਾਲ, ਫਿਰ ਉਹ ਆਤਮਾ ਨਿਕਲ ਕਿਉਂ ਜਾਂਦੀ? ਆਤਮਾ ਵਿੱਚ ਤਾਂ ਬੜੀ ਤਾਕਤ ਹੁੰਦੀ ਆ। ਆਤਮਾ ਨੂੰ ਡਰ ਨਹੀਂ ਹੋਣਾ ਚਾਹੀਦਾ ਵੀ ਡੰਡੇ ਪੈਂਦੇ ਤਾਂ ਕਿ ਆਤਮਾ ਦੇ ਕਿਹੜੇ ਸੱਟ ਲੱਗਦੀ ਹੈ। ਆਤਮਾ ਕੱਟੀ ਨਹੀਂ ਜਾਂਦੀ, ਵੱਢੀ ਨਹੀਂ ਜਾਂਦੀ, ਅੱਗ ਵਿੱਚ ਸੜਦੀ ਨਹੀਂ। ਆਤਮਾ ਨੂੰ ਕਾਹਦਾ ਖਤਰਾ ਬਈ? ਪਰ ਜਦੋਂ ਅਸੀਂ ਸਖਤਾਈ ਕਰਦੇ ਹਾਂ, ਫਿਰ ਆਤਮਾ ਨਿਕਲ ਜਾਂਦੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਕਿ ਨਿਕਲਣੀ ਨਹੀਂ ਚਾਹੀਦੀ, ਉਹ ਤਾਂ ਤਕੜੀ ਹੈ, ਉਹਦੇ ਕਿਹੜੇ ਸੱਟ ਵੱਜਦੀ ਹੈ। ਇਸ ਕਰਕੇ ਆਤਮਾ ਇੱਕੋ ਹੀ ਹੈ, ਸਾਰੇ ਸਰੀਰਾਂ ਦੇ ਵਿੱਚ ਉਹੀ ਕੰਮ ਕਰ ਰਹੀ ਹੈ। ਇਹ ਮਾਨਸਿਕ ਰੋਗ ਨੇ, ਮਾਨਸਿਕ ਰੋਗ, ਤੇ ਡਾਕਟਰ ਦੇ ਕੋਲ ਇਹਦਾ ਇਲਾਜ ਕਰਾਓ। ਆਪਣੇ ਰਜਿੰਦਰਾ ਹਸਪਤਾਲ ਦੇ ਵਿੱਚ ਮਨੋਵਿਗਿਆਨੀ ਬੈਠੇ ਨੇ, ਉੱਥੇ ਲੈ ਕੇ ਜਾਓ ਤੇ ਇਲਾਜ ਕਰਾਓ। ਹੁਣ ਆਤਮਾ ਨੂੰ ਕਾਹਦਾ ਡਰ ਹੈ ਬਈ? ਆਤਮਾ ਸੱਚ ਹੈ। ਇਸ ਕਰਕੇ ਕੋਈ ਕਿਸੇ ਦੇ ਵਿੱਚ ਆਤਮਾ ਪ੍ਰਵੇਸ਼ ਨਹੀਂ ਕਰਦੀ, ਨਾ ਨਿਕਲਦੀ ਹੈ। ਇੱਕ ਵਾਰੀ ਜਦੋਂ ਸਰੀਰ ਨੂੰ ਛੱਡ ਦੇਵੇ, ਮੁੜ ਕੇ ਇਹਦੇ 'ਚ ਵੜਦੀ ਨਹੀਂ ਤਾਂ ਇਸੇ ਸਰੀਰ ਦੇ ਵਿੱਚ ਨਾ ਰਹੇ, ਉਹ ਇਹਦੇ 'ਚ ਵੜ ਜਾਵੇ, ਉਦੋਂ ਦੂਏ ਸਰੀਰ 'ਚ ਵੜਨ ਦੀ ਕੀ ਲੋੜ ਪਈ ਬਈ? ਇਸ ਕਰਕੇ ਮਰਨ ਤੋਂ ਬਾਅਦ ਕਿਹਦੀ ਮੁਕਤੀ ਹੋਈ, ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਆਪਾਂ ਜਿਉਂਦੇ ਜੀ ਮੁਕਤ ਹੋਣਾ। ਹੁਣ ਜਿਉਂਦੇ ਜੀ ਮੁਕਤ ਕੌਣ ਹੈ ਬਈ? ਜਿਨ੍ਹਾਂ ਦਾ ਇਹ ਵਿਸ਼ਵਾਸ ਬਣ ਗਿਆ ਵੀ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਏ, ਉਹ ਮੁਕਤ ਹੋ ਗਏ, ਕਿਉਂਕਿ ਉਹ ਹੋਰ ਪਾਸੇ ਜਾਂਦੇ ਨਹੀਂ, ਡਰੇ ਨਹੀਂ। ਆਪਾਂ ਜਾਂਦੇ ਹਾਂ ਡਰਦੇ ਹੋਏ। ਆਪਾਂ ਕਿਤੇ ਵੀ ਜਾਂਦੇ ਹਾਂ ਨਾ, ਆਪਾਂ ਡਰਦੇ ਹਾਂ ਉਸ ਚੀਜ਼ ਤੋਂ, ਤਾਂ ਜਾਂਦੇ ਹਾਂ। ਜੇ ਡਰ ਦੂਰ ਹੋ ਗਿਆ, ਫਿਰ ਸਾਨੂੰ ਕੀ ਲੋੜ ਹੈ ਜਾਣ ਦੀ? ਉੱਥੇ ਲੋੜ ਹੀ ਨਹੀਂ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਵਾਲੇ ਦਾ ਡਰ ਹੋ ਗਿਆ ਦੂਰ। ਹੁਣ ਉਹ ਕਾਹਨੂੰ ਜਾਊ? ਕਿਸੇ ਕੋਲੋਂ ਮੁਕਤ ਹੈ। ਅਸੀਂ ਜਿਉਂਦੇ ਹੀ ਮੁਕਤ ਹਾਂ, ਨਾ ਕਿ ਅਸੀਂ ਮਰਨ ਤੋਂ ਬਾਅਦ ਮੁਕਤ ਹੋਣਾ ਹੈ। ਜੇ ਜਿਉਂਦੇ ਜੀ ਮੁਕਤ ਹੋ ਗਏ ਤਾਂ ਮਰਨ ਤੋਂ ਬਾਅਦ ਵੀ ਮੁਕਤ ਹੈ। ਪਰ ਜੇ ਇੱਥੇ ਨਹੀਂ ਨਾ ਮੁਕਤ ਹੋਏ, ਇੱਥੋਂ ਸਾਡੇ ਅੰਦਰੋਂ ਡਰ ਖਤਮ ਨਹੀਂ ਹੋਇਆ, ਫਿਰ ਮਰਨ ਤੋਂ ਬਾਅਦ ਵੀ ਆਪਾਂ ਨੇ ਮੁਕਤ ਕੋਈ ਨਹੀਂ ਹੋਣਾ। ਫਿਰ ਆਵਾਗਣ ਦੇ ਚੱਕਰ ਦੇ ਵਿੱਚ ਪਏ ਰਹਾਂਗੇ। ਸਾਰ ਭੂਵ ਸਰਨ ਜਿਹ ਜਾਈ, ਜਿਹੜੇ ਐਸੇ ਮਾਲਕ ਦੀ ਸ਼ਰਨ ਵਿੱਚ ਆ ਜਾਂਦੇ ਹਨ, ਤਿਨ ਨਰ ਉਰ ਡਰ ਕਿਉਂ ਫਿਰ ਕਰਨਾ। ਉਹਨਾਂ ਨੇ ਫਿਰ ਕਾਹਦੇ ਡਰਨਾ ਭਾਈ? ਉਹ ਨਹੀਂ ਫਿਰ ਕਿਸੇ ਤੋਂ ਡਰਦਾ। ਜਿਹੜੀ ਇਸ ਵਕਤ ਸੁਪਰੀਮ ਪਾਵਰ ਹੈ ਵਰਲਡ ਦੀ, ਉਹ ਅਮਰੀਕਾ ਮੰਨੀ ਹੈ। ਹੁਣ ਕੋਈ ਕੁਝ ਵੀ ਹੋਵੇ, ਜਿਹੜਾ ਅਮਰੀਕਾ ਦੇ ਵਿੱਚ ਚਲਾ ਗਿਆ, ਜਿਹਦੇ ਸ਼ਰਨ ਲੈ ਰਹੀ, ਉਹਨੂੰ ਕੋਈ ਕਿਸੇ ਦਾ ਡਰ ਨਹੀਂ। ਖਤਮ ਆ। ਕਹਿੰਦਾ ਹੁਣ ਮੇਰਾ ਕੋਈ ਕੁਝ ਨਹੀਂ ਕਰ ਸਕਦਾ, ਮੈਂ ਅਮਰੀਕਾ ਦੀ ਸ਼ਰਨ 'ਚ ਆ ਗਿਆ। ਉੱਥੋਂ ਦੀ ਸਰਕਾਰ ਨੇ ਉਹਨੂੰ ਸ਼ਰਨ ਦੇਤੀ। ਜਦੋਂ ਸ਼ਰਨ ਦੇਤੀ, ਡਰ ਨਹੀਂ ਕਿਸੇ ਦਾ, ਉਹ ਨਹੀਂ ਡਰਦਾ। ਹੁਣ ਕਿਸੇ ਤੋਂ ਜੋ ਮਰਜ਼ੀ ਕਰੀ ਜਾਓ, ਹੁਣ ਨਹੀਂ ਡਰਦਾ। ਇਸ ਤਰ੍ਹਾਂ ਭਾਈ ਜਿਹੜਾ ਮਾਲਕ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਉਹਨੇ ਕਾਹਦੇ ਲਈ ਕਿਸੇ ਤੋਂ ਡਰਨਾ? ਨਹੀਂ ਡਰਦਾ। ਦੋਹਰਾ ਸੁਨ ਸ਼੍ਰੋਨਨ ਮਨ ਗੁਣ ਹੈ ਪੁਨ, ਪਾਂਧੇ ਅਚਰਜ ਚੀਨ। ਜਿਸ ਬਾਤ ਗੋਪਾਲ ਪਾਂਧੇ ਨੇ ਸਤਿਗੁਰਾਂ ਜੀ ਦੇ ਇਹ ਅਗੰਮੀ ਬਚਨ ਸੁਣੇ, ਹੈਰਾਨ ਬੜਾ ਹੁੰਦਾ ਹੈ। ਦੁਤਿਆ ਇੰਦਰਾ ਕਿੰਦ ਜਿਉ, ਜੌਨ ਬੈਨ ਇਨਕੀਨ। ਕਹਿੰਦਾ ਵੀ ਜਿਵੇਂ ਦੁਤੀਆ ਇੰਦ ਸਰੋਨ ਰਕਿੰਦ, ਜਿਵੇਂ ਦੂਸਰਾ ਚੰਦਰਮਾ ਹੁੰਦਾ ਨਾ, ਚੰਦਰਮਾ ਤਾਂ ਇੱਕੋ ਹੀ ਹੁੰਦਾ ਹੈ। ਗੁਰੂ ਸਤਿਗੁਰਾਂ ਜੀ ਨੂੰ ਕਹਿੰਦਾ ਹੈ ਵੀ ਜਿਵੇਂ ਸਤਿਗੁਰੂ ਜੀ ਦੂਸਰੇ ਚੰਦਰਮੇ ਦੇ ਨਿਆਈ ਨੇ, ਤੇ ਉਹਨਾਂ ਦੇ ਮੁਖ ਤੋਂ ਨਿਕਲੇ ਹੋਏ ਬਚਨ ਉਹਦੇ ਲਈ ਰੋਸ਼ਨੀ ਹੈ।
ਉਹਦੇ ਲਈ ਕਿਰਨਾਂ ਹਨ। ਚੌਪਈ ਚਿਤ ਚਕੋਰ ਰੁਚ ਚਮਕੀ ਚਾਰੂ। ਜਿਵੇਂ ਫਿਰ ਚੰਦਰਮਾ ਨੂੰ ਚਕੋਰ ਵੇਖਦੀ ਹੈ ਨਾ, ਇਹਦੇ ਅੰਦਰ ਜਿਹੜੀ ਹੈ ਰੁਚੀ ਪੈਦਾ ਹੋਈ। ਜਿਵੇਂ ਚਕੋਰ ਦੇ ਅੰਦਰ ਚੰਦਰਮਾ ਨੂੰ ਵੇਖਣ ਵਾਸਤੇ ਰੁਚੀ ਹੁੰਦੀ, ਗੁਰੂ ਦਾ ਸ਼ਬਦ ਸੁਣਨ ਨੂੰ। ਬਾਲਨ ਤੁਲ ਨਾ ਬਾਲ ਅਚਾਰੂ। ਇਹ ਜਿਹੜਾ ਬੱਚਾ ਹੈ ਆਮ ਬੱਚਿਆਂ ਦੀ ਤਰ੍ਹਾਂ ਨਹੀਂ ਹੈ, ਨਾ ਹੀ ਇਹਦਾ ਅਚਾਰੂ ਰਹਿਣ ਸਹਿਣ ਹੈ ਬਾਕੀ ਬੱਚਿਆਂ ਦੀ ਤਰ੍ਹਾਂ। ਕਲਾ ਵਿਸਾਲ ਦਿਆਲ ਪਲ ਭਾਤੀ। ਸਭ ਤਰ੍ਹਾਂ ਕਰਕੇ ਬਹੁਤ ਵੱਡੀ ਕਲਾ ਦੇ ਮਾਲਕ ਹਨ, ਦਿਆਲੂ ਹਨ। ਜਨ ਕਲਮਲ ਕਲ ਬਲ ਆਰਾਤੀ। ਮਾਨੋ ਕਿਤੇ ਜਿਹੜਾ ਸੰਸਾਰ ਹੈ, ਜਿਹੜਾ ਸੜ ਰਿਹਾ ਹੈ ਪਾਪਾਂ ਦੇ ਵਿੱਚ, ਸੂਝ ਪਰੀ ਬੂਝਨ ਹਿਤ ਉਦਤਿਓ। ਉਹਨੂੰ ਸਾੜਨ ਦੇ ਵਾਸਤੇ ਸਤਿਗੁਰਾਂ ਜੀ ਦੇ ਬਚਨ ਇਸ ਬਲ ਰਹੀ ਅੱਗ ਦੇ ਬਕਾਰਾਂ ਦੇ ਦੁਸ਼ਮਣ ਨੇ। ਕਿਉਂਕਿ ਜਿੱਥੇ ਸਤਿਗੁਰਾਂ ਜੀ ਦਾ ਬਚਨ ਹੈ ਉੱਥੇ ਕੋਈ ਬਕਾਰ ਨਹੀਂ ਟਿਕਦਾ। ਕਿ ਬਕਾਰ ਉੱਥੇ ਟਿਕੇ ਜਿੱਥੇ ਗੁਰੂ ਦਾ ਸ਼ਬਦ ਨਹੀਂ, ਜਿੱਥੇ ਗੁਰੂ ਦਾ ਉਪਦੇਸ਼ ਨਹੀਂ ਹੈ। ਜੇ ਬਕਾਰ ਹੈ ਤਾਂ ਉੱਥੇ ਗੁਰੂ ਦਾ ਉਪਦੇਸ਼ ਨਹੀਂ, ਜਿੱਥੇ ਗੁਰੂ ਦਾ ਉਪਦੇਸ਼ ਉੱਥੇ ਬਕਾਰ ਨਹੀਂ ਹੈ। ਜੇ ਬਕਾਰ ਹਾਲੇ ਹੈਗਾ ਤਾਂ ਇਹਦਾ ਭਾਵ ਵੀ ਨਹੀਂ ਹਲੇ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਇਆ। ਜਿੱਥੇ ਚਾਨਣ ਹੋ ਗਿਆ ਉੱਥੇ ਹਨੇਰੇ ਦਾ ਕੀ ਕੰਮ ਹੈ ਬਈ। ਤਾਂ ਹੋਰ ਜਾਣਨ ਦੀ ਇੱਛਾ ਮਨ ਦੇ ਵਿੱਚ ਪੈਦਾ ਹੁੰਦੀ ਹੈ। ਕਮਲ ਬਦਨ ਅਲ ਬਚ ਗੁਰ ਵਿਦਤਿਓ। ਗੁਰੂ ਪਾਤਸ਼ਾਹ ਜੀ ਦਾ ਮੁਖਾਰ ਬਿੰਦ ਕਮਲ ਦੀ ਨਿਆਈ ਹੈ, ਤੇ ਇਹਦਾ ਜਿਹੜਾ ਧਿਆਨ ਹੈ ਉਹ ਭੌਰੇ ਦੀ ਨਿਆਈ ਹੈ। ਆਰਜ ਸੁਜਨ ਭਜਨ ਜਲ ਮੀਨਾ। ਜਿਵੇਂ ਮੱਛਲੀ ਪਾਣੀ ਦੇ ਨਾਲ ਪਿਆਰ ਕਰਦੀ ਹੈ। ਸੁਨੇ ਸੁ ਦੇਖੇ ਮੈਂ ਅਤ ਦੀਨਾ। ਕਹਿੰਦਾ ਜੀ ਬੇਨਤੀ ਇਹ ਹੈ, ਮੈਂ ਵੀ ਪਹਿਲਾਂ ਧਰਮ ਨੂੰ ਮੰਨਦਾ ਹੁੰਦਾ ਸੀਗਾ, ਮੰਨਦਾ ਸੀ ਮੈਂ ਧਰਮ ਨੂੰ, ਪਰ ਹੁਣ ਨਹੀਂ ਮੰਨਦਾ। ਹੁਣ ਉਹਦਾ ਕਾਰਨ ਗੋਪਾਲ ਪਾਂਧਾ ਜੀ ਦੱਸਦੇ ਵੀ ਮੈਂ ਧਰਮ ਤੋਂ ਕਿਉਂ ਮੂੰਹ ਫੇਰ ਲਿਆ। ਵੀ ਜਿਹੜੇ ਐਸੇ ਨੇ ਵਾਹਿਗੁਰੂ ਪਰਮੇਸ਼ਰ ਦੀ ਭਜਨ ਬੰਦਗੀ ਕਰਨ ਵਾਲੇ, ਉਹ ਮੈਂ ਬੜੇ ਦੁਖੀ ਦੇਖੇ ਹਨ। ਅਸਨ ਬਸਨ ਤਨ ਪ੍ਰਾਪਤ ਨਾਹੀ। ਉਹਨਾਂ ਦੀ ਨਿਸ਼ਾਨੀ ਕੀ ਹੈ ਵੀ ਉਹਨਾਂ ਨੂੰ ਖਾਣ ਵਾਸਤੇ ਪਹਿਨਣ ਵਾਸਤੇ ਪ੍ਰਾਪਤੀ ਨਹੀਂ ਹੁੰਦੀ, ਬੜੇ ਔਖੇ ਰਹਿੰਦੇ ਨੇ। ਜਿਹੜਾ ਭਗਤੀ ਮਾਰਗ ਹੈ ਨਾ, ਭਗਤੀ ਮਾਰਗ ਦੇ ਵਿੱਚ ਉਹ ਇਹਨਾਂ ਗੱਲਾਂ ਤੋਂ ਔਖੇ ਹੁੰਦੇ ਨੇ। ਇਹ ਨਹੀਂ ਵੀ ਉਹਨਾਂ ਨੂੰ ਮਿਲਦਾ ਨਹੀਂ, ਹੁੰਦਾ ਉਹਨਾਂ ਦੇ ਕੋਲ, ਪਰ ਭਗਤੀ ਮਾਰਗ ਤੇ ਚੱਲਣ ਵਾਲਿਆਂ ਦਾ ਖਿਆਲ ਕੀ ਹੁੰਦਾ ਹੈ ਦੂਸਰੇ ਦਾ। ਉਹ ਆਪਣੇ ਵਸਤਰ ਵੀ ਉਤਾਰ ਕੇ ਦੂਸਰੇ ਨੂੰ ਦੇ ਦਿੰਦੇ, ਆਪਣੇ ਹੱਥ ਦੀ ਰੋਟੀ ਉਤਾਰ ਕੇ ਵੀ ਦੂਸਰੇ ਨੂੰ ਦੇ ਦਿੰਦੇ ਨੇ। ਆਪ ਭੁੱਖੇ ਰਹਿ ਜਾਣਗੇ, ਨੰਗੇ ਰਹਿ ਜਾਣਗੇ, ਪਰ ਉਹ ਦੂਸਰੇ ਨੂੰ ਜ਼ਰੂਰ ਦੇਣਗੇ। ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਇਹ ਨਹੀਂ ਵੀ ਉਹਨਾਂ ਕੋਲ ਹੁੰਦਾ ਨਹੀਂ, ਰੱਖਦੇ ਨਹੀਂ। ਅਣ ਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜੇ ਕੋਲ ਦੇਣ ਵਾਸਤੇ ਕੁਝ ਵੀ ਨਹੀਂ ਹੁੰਦਾ ਤਾਂ ਵੀ ਵੰਡਦੇ ਆ। ਹੁਣ ਜਦੋਂ ਕੋਲ ਹੀ ਨਹੀਂ ਦੇਣ ਨੂੰ, ਫਿਰ ਕਿਵੇਂ ਵੰਡਣਗੇ ਬਈ। ਵੰਡਦੇ ਆ, ਫਿਰ ਵੀ ਵੰਡਦੇ ਆ। ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ, ਕੋਈ ਗਰੀਬ ਸਿੱਖ ਆਇਆ, ਉਹਨੇ ਕਿਹਾ ਬਾਬਾ ਜੀ ਵਿਆਹ ਕਰਨਾ ਬੱਚੀ ਦਾ। ਉਹ ਕਹਿੰਦੇ ਵੀ ਭਾਈ ਵੀ ਦੇਖੋ ਮਾਇਆ ਤਾਂ ਇਹ ਸੰਗਤ ਦੀ ਹੈ ਸਾਰੀ, ਗੁਰੂ ਘਰਾਂ ਵਾਸਤੇ ਇਕੱਤਰ ਹੋਈ, ਮੇਰੀ ਤਾਂ ਹੈ ਨਹੀਂ ਇਹ ਵੀ ਮੈਂ ਤੈਨੂੰ ਦੇ ਦਾਂ, ਪਰ ਤੂੰ ਬਹਿ ਜਾ ਇੱਥੇ, ਕੋਈ ਗੱਲ ਨਹੀਂ, ਮਾਲਕ ਤੇਰਾ ਹੀਲਾ ਕਰੂਗਾ, ਜਾ ਹੀ ਨਾ ਬਹਿ ਜਾ ਇੱਥੇ। ਇੰਨੇ ਨੂੰ ਕੋਈ ਸੰਗੀ ਆਉਂਦਾ ਹੈ, ਕਹਿੰਦਾ ਬਾਬਾ ਜੀ ਮੈਂ ਸੇਵਾ ਕਰਨੀ। ਕਹਿੰਦੇ ਭਾਈ ਦੀ ਕੁੜੀ ਦਾ ਵਿਆਹ ਹੈ, ਇਹ ਵਿਚਾਰਾ ਗਰੀਬ ਹੈ, ਇਹਦੀ ਲੜਕੀ ਦਾ ਵਿਆਹ ਕਰ ਦੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਣ ਹੁੰਦਾ ਆਪ ਵੰਡਾਏ, ਕੋਲ ਤਾਂ ਹੈ ਨਹੀਂ ਦੇਣ ਨੂੰ। ਕਹਿੰਦੇ ਵੀ ਆਹ ਮਾਇਆ ਤਾਂ ਨਹੀਂ ਮੈਂ ਦੇ ਸਕਦਾ ਜਿਹੜੀ ਗੁਰੂ ਘਰ ਵਾਸਤੇ ਸੰਗਤ ਨੇ ਤੀ, ਪਰ ਕੋਈ ਨਹੀਂ ਤੇਰਾ ਕੰਮ ਵੀ ਸਰ ਜੂਗਾ, ਕੋਈ ਗੱਲ ਨਹੀਂ। ਆਇਆ ਗੁਰੂ ਨਾਨਕ ਦੇ ਦਰ ਤੇ, ਕਿਰਪਾ ਕਰੂ। ਉਹਦਾ ਵਿਆਹ ਵੀ ਹੋ ਗਿਆ। ਆਪਣੇ ਕੋਲ ਤਾਂ ਨਹੀਂ ਹੈ ਦੇਣ ਨੂੰ, ਦਿੱਤੀ ਨਹੀਂ, ਪਰ ਦੇਣ ਦੁਆ ਵੀ ਦਿੱਤੀ।
ਇਸ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਆਪ ਦੁੱਖ ਕੱਟ ਲੈਂਦੇ ਆ, ਪਰ ਉਹ ਦੂਸਰੇ ਦੇ ਸੁੱਖ ਦਾ ਖਿਆਲ ਰੱਖਦੇ। ਗੁਰਮੁਖ ਪਿਆਰੇ ਗ੍ਰਸਤੀ ਅੱਡ ਹੋ ਗਏ, ਘਰਦਿਆਂ ਨੇ ਵੱਖਰਾ ਕਰਤਾ। ਘਰਦਿਆਂ ਨੇ ਵੱਖਰਾ ਕੀਤਾ ਤੇ ਤੜਕੇ ਨੂੰ ਇੱਕ ਸਾਧੂ ਆ ਗਿਆ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ। ਉਹ ਕਹਿੰਦਾ ਵੀ ਮੈਨੂੰ ਠੰਡ ਲੱਗਦੀ ਹੈ, ਰਜਾਈ ਦੇ। ਉਹ ਕਹਿੰਦੇ ਵੀ ਹਲੇ ਕੱਲ੍ਹ ਹੀ ਮੈਂ ਵੱਖਰਾ ਹੋਇਆ, ਰਜਾਈਆਂ ਸਾਲੇ ਕੋਲ ਘੱਟ ਹੀ ਨੇ, 2 ਹੀ ਨੇ, ਇੱਕ ਮੈਂ ਲੈਂਦਾ, 2 ਚਿੰਮੇ ਨਾਲ ਪੈਂਦੇ, ਕਮਾਈ ਨਾਲ ਪੈਂਦਾ। ਕਹਿੰਦੇ ਵੀ ਦੇਖ ਤੇਰੇ ਆਲੇ ਦੁਆਲੇ ਕੰਧਾਂ ਵੀ ਹੋਈਆਂ ਵੇ ਤੇ ਉੱਪਰ ਛੱਤ ਵੀ ਹੈ, ਮੇਰੇ ਕੋਲ ਨਾ ਕੰਧ ਹੈ ਨਾ ਛੱਤ ਹੈ। ਜਦੋਂ ਉਹਨਾਂ ਨੂੰ ਇਹ ਗੱਲ ਕਹੀ ਤੇ ਉਹਨਾਂ ਨੇ ਆਪਣੀ ਰਜਾਈ ਲਾ ਕੇ ਦੇ ਦਿੱਤੀ। ਘਰ ਦੀ ਲੜਦੀ ਕਹਿੰਦੀ ਪਹਿਲਾਂ ਤਾਂ ਤੇਰੇ ਘਰਦਿਆਂ ਨੇ ਚੱਜ ਦਾ ਸਮਾਨ ਨਹੀਂ ਦਿੱਤਾ, ਥੋੜਾ ਦਿੱਤਾ, ਤੇ ਜਿਹੜਾ ਦਿੱਤਾ ਤਾਂ ਉਹ ਵੀ ਵੰਡੀ ਜਾਂਦਾ। ਉਹ ਕਹਿੰਦਾ ਵੀ ਮੈਂ ਹੁਣ ਜਵਾਬ ਕੀ ਦਿੰਦਾ, ਉਹਨੇ ਮੈਨੂੰ ਸਵਾਲ ਹੀ ਐਸਾ ਕਰਤਾ, ਦੇਣੀ ਪੈਣੀ ਸੀ। ਤੇ ਉਧਰ ਸਹੁਰਿਆਂ ਨੂੰ ਪਤਾ ਲੱਗ ਗਿਆ ਵੀ ਭਾਈ ਸਾਡਾ ਜਵਾਈ ਵੱਖਰਾ ਹੋ ਗਿਆ। ਉਹਨਾਂ ਨੇ ਟਰੱਕ ਦੇ ਵਿੱਚ ਰੱਖੇ ਮੰਜੇ, ਟਰੱਕ ਦੇ ਵਿੱਚ ਰੱਖੀਆਂ ਰਜਾਈਆਂ, ਤਲਾਈਆਂ, ਤੇ ਸ਼ਾਮ ਤੱਕ ਪਹੁੰਚਦੀਆਂ ਕਰਦੀਆਂ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸ਼ਾਮ ਤੱਕ ਪ੍ਰਬੰਧ ਹੋ ਗਿਆ। ਇਹ ਗੁਰਮੁਖੋ ਯਕੀਨ ਹੈ ਜਿਨ੍ਹਾਂ ਦਾ ਪਰਮੇਸ਼ਰ ਤੇ ਉਹਨਾਂ ਦੀਆਂ ਗੱਲਾਂ ਨੇ। ਯਕੀਨ ਹੈ ਵੀ ਉਹਨੂੰ ਸਭ ਦਾ ਫਿਕਰ ਹੈ। ਤੂੰ ਫਿਕਰ ਨਾ ਕਰ, ਤੇਰਾ ਫਿਕਰ ਵੀ ਉਹਨੂੰ ਹੈ। ਕਹਿੰਦਾ ਮੈਂ ਜਦੋਂ ਉਹਨਾਂ ਨੂੰ ਵੇਖਿਆ ਨਾ ਵੀ ਬੰਦੇ ਤਾਂ ਭਜਨ ਬੰਦਗੀ ਗਾਲੇ ਹੁੰਦੇ ਤੇ, ਪਰ ਕੱਪੜਾ ਨਹੀਂ, ਲੀੜਾ ਨਹੀਂ, ਖਾਣ ਨੂੰ ਵਧੀਆ ਨਹੀਂ ਹੈ, ਤਲੇ ਜਿਹੇ ਰੰਗਦੇ ਰਹਿੰਦੇ ਨੇ। ਆਹ ਹਾਲਤ ਵੇਖੀ ਉਹਨਾਂ ਦੀ। ਆਵ ਹੈ ਕਾਹੇ ਰੰਗ ਸੇ ਆਹੀ। ਕਹਿੰਦੇ ਵੀ ਭਜਨ ਬੰਦਗੀ ਕਰਦੇ ਆ, ਨਾਮ ਜਪਦੇ ਆ, ਪਰ ਗਰੀਬਾਂ ਦੀ ਤਰ੍ਹਾਂ ਕਦੇ ਆ ਗਿਆ ਖਾ ਲਿਆ, ਨਹੀਂ ਤੇ ਨਾ ਸਹੀ। ਇਸ ਕਰ ਮੁਰ ਉਰ ਸ਼ਰਧਾ ਤਹਾਰੀ। ਇਸ ਕਰਕੇ ਮੇਰੇ ਮਨ ਦੇ ਵਿੱਚੋਂ ਸ਼ਰਧਾ ਖਤਮ ਹੋ ਗਈ ਵੀ ਐਵੇਂ ਧਰਮ ਵਾਲੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ, ਐਵੇਂ ਬੰਦਗੀ ਕਰਨ ਦਾ ਕੋਈ ਫਾਇਦਾ ਨਹੀਂ। ਇਹਨਾਂ ਦਾ ਹਾਲ ਤਾਂ ਮਾੜਾ ਹੀ ਹੈ। ਮੇਰੇ ਮਨ ਦੇ ਵਿੱਚੋਂ ਧਰਮ ਤੋਂ ਭਾਵਨਾ ਖਤਮ ਹੋ ਗਈ। ਸਿਰ ਮਰਨਾ ਸਭ ਹਿਨ ਇੱਕ ਸਾਰੀ। ਬਾਕੀ ਕਹਿੰਦਾ ਮਰਨਾ ਤੇ ਸਾਰਿਆਂ ਨੇ ਹੈ। ਆਮ ਬੰਦੇ ਨੇ ਵੀ ਮਰ ਜਾਣਾ, ਪਾਪੀ ਨੇ ਮਰਨਾ, ਪੁੰਨੀ ਨੇ ਮਰਨਾ, ਸੰਤ ਨੇ ਵੀ ਮਰਨਾ, ਸੰਤ ਨੇ ਮਰਨਾ ਤਾਂ ਸਾਰੇ ਨਹੀਂ ਹੈ। ਇੱਕ ਸਾਰੀ ਨਾ ਸਾਰਿਆਂ ਵਾਸਤੇ ਮਰਨਾ। ਤੇ ਆਹ ਗੱਲ ਮੈਂ ਸਮਝ ਬੈਠੇ ਆ। ਦੋਹਰਾ ਧਰਾ ਧੀਰ ਦਾ ਧਰਮ ਤੁਰ ਪਾਂਧੇ ਕੇ ਸੁਨ ਬੈਨ। ਹੁਣ ਜਦੋਂ ਸਤਿਗੁਰਾਂ ਜੀ ਨੇ ਗੋਪਾਲ ਪਾਂਧੇ ਦੇ ਕੋਲੋਂ ਸੁਣਿਆ ਵੀ ਪਹਿਲਾਂ ਮੈਂ ਮੰਨਦਾ ਸੀ ਧਰਮ ਨੂੰ, ਪਰ ਹੁਣ ਮੇਰੀ ਭਾਵਨਾ ਧਰਮ ਤੋਂ ਖਤਮ ਹੋ ਗਈ, ਉਸ ਨੂੰ ਧੀਰਜ ਦੇਣ ਦੇ ਲਈ ਧਰਮ ਦੇ ਧੁਰੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੁਤਿਆ ਸ਼ਬਦ ਪਦ ਬਦਨ ਤੇ ਬਦਤੰ ਸ਼ਰਧਾ ਦੈਨ। ਸ਼ਬਦ ਦਾ ਦੂਸਰਾ ਪਦਾ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਦੇ ਹਨ। ਕਾਹਦੇ ਵਾਸਤੇ? ਵੀ ਉਹਦੇ ਅੰਦਰ ਦੁਬਾਰੇ ਤੋਂ ਭਾਵਨਾ ਬਣ ਜਾਵੇ। ਸ਼੍ਰੀ ਮੁਖਵਾਕ ਜਿੱਥੈ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ। ਜਿੱਥੇ ਭਾਈ ਮਾਲਕ ਦੀਆਂ ਵਡਿਆਈਆਂ ਮਿਲਦੀਆਂ ਉੱਥੇ ਸਦਾ ਹੀ ਖੁਸ਼ੀਆਂ ਦੇ ਚਾਅ ਬਣਿਆ ਰਹਿੰਦਾ ਹੈ। ਤਿੰਨ ਮੁਖ ਟਿੱਕੇ ਨਿਕਲ ਹੈ ਜਿਨ ਮਨ ਸੱਚਾ ਨਾਮ। ਜਿਨ੍ਹਾਂ ਦੇ ਅੰਦਰ ਸੱਚਾ ਨਾਮ ਹੈ ਉਹਨਾਂ ਦੇ ਮੱਥੇ ਤੇ ਨਿਸ਼ਾਨੀ ਪ੍ਰਗਟ ਹੋ ਜਾਂਦੀ ਹੈ। ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਉ ਦੁਆ। ਮਾਲਕ ਦੀ ਬਖਸ਼ਿਸ਼ ਦੇ ਨਾਲ ਹੀ ਇਹ ਪ੍ਰਾਪਤੀ ਹੁੰਦੀ ਹੈ, ਨਹੀਂ ਤਾਂ ਗੱਲਾਂ ਹਵਾ ਦੇ ਵਿੱਚ ਕਰਨ ਵਾਲੀਆਂ ਹਨ। ਚੌਪਈ ਨਹਿ ਪਾਂਧਾ ਉਰ ਤਾਰੋ ਐਸੇ। ਸਤਿਗੁਰੂ ਜੀ ਕਹਿੰਦੇ ਵੀ ਪਾਂਧਾ ਜੀ ਇਸ ਤਰ੍ਹਾਂ ਨਾ ਆਪਣੇ ਮਨ 'ਚ ਤੁਸੀਂ ਗੱਲ ਨੂੰ ਪਕਾਓ, ਕਿਉਂਕਿ ਅਸੀਂ ਆਪੇ ਹੀ ਆਪਣਾ ਸਾਰਾ ਤਾਣਾ ਬਾਣਾ ਬੜਿਆ ਨਾ, ਤੇ ਉਸੇ ਨੂੰ ਆਪਾਂ ਸੱਚ ਮੰਨ ਕੇ ਬੈਠ ਜਾਂਦੇ ਹਾਂ। ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨਾ ਬੂਝ, ਐਸੇ ਮੇਰਾ ਮਨ ਵਿਖਿਆ ਮੋਹਿਆ ਕਿਛਿਆਰਾ ਪਾਰ ਨਾ ਸੂਝ। ਭਗਤ ਰਵਿਦਾਸ ਜੀ ਕਹਿੰਦੇ ਸਾਡੀ ਹਾਲਤ ਹੈ ਖੂਹ ਦੇ ਡੱਡੂ ਦੀ ਤਰ੍ਹਾਂ। ਹੁਣ ਖੂਹ ਦਾ ਜਿਹੜਾ ਡੱਡੂ ਹੈ ਨਾ ਜੀ,
ਉਹਨੂੰ ਬਾਹਰਲੀ ਦੁਨੀਆ ਦਾ ਨਹੀਂ ਪਤਾ ਹੈ ਵੀ ਕੋਈ ਬਾਹਰ ਵੀ ਦੁਨੀਆ ਵਸਦੀ ਹੈ ਨਾ, ਉਹਦੀ ਦੁਨੀਆ ਉਹਦੇ ਅੰਦਰ ਹੀ ਹੈ ਬਸ। ਇਸੇ ਤਰ੍ਹਾਂ ਹੀ ਅਸੀਂ ਇੱਕ ਸੰਸਾਰ ਦੀ ਆਪਣੇ ਅੰਦਰ ਕਲਪਨਾ ਕੀਤੀ ਹੋਈ ਹੈ। ਅਸੀਂ ਕਹਿੰਦੇ ਵੀ ਇਸ ਤੋਂ ਪਰੇ ਕੁਝ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਵੀ ਇਸ ਤਰ੍ਹਾਂ ਨਾ ਵਿਚਾਰ ਕਰਿਆ ਕਰੋ, ਆਪਣੇ ਹਿਰਦੇ ਨੂੰ ਵਿਸ਼ਾਲ ਬਣਾਓ। ਦੇਖੋ ਕਿੰਨਾ ਵੱਡਾ ਵਰਲਡ ਹੈ, ਕਿੰਨੇ ਮੁਲਕ ਨੇ ਦੇਸ਼ ਦੇ ਅੰਦਰ, ਕਿੰਨੇ ਨੇ 200 ਦੇ ਨੇੜੇ ਹੈ, 150 ਤਾਂ ਜਿਹੜੇ ਨੂੰ ਰਜਿਸਟਰ ਨੇ, ਬਾਕੀ ਹਲੇ ਅਸੀਂ ਤੁਰੇ ਫਿਰਦੇ ਆ, ਹੈ ਹੀ ਨਹੀਂ ਕਿਤੇ ਗਿਣਤੀ 'ਚ। 200 ਮੁਲਕਾਂ ਦੀ ਖੋਜ ਹੁਣ ਤੱਕ ਹੋ ਚੁੱਕੀ, ਛੋਟੇ ਵੱਡੇ, ਇਹ ਪੂਰਾ ਵਰਲਡ ਹੈ। ਤੇ ਉਹਦੇ ਵਿੱਚ ਫਿਰ ਸਾਡਾ ਆਪਣਾ ਦੇਸ਼ ਆ ਜਾਂਦਾ ਇੱਕ, ਜਿਹੜੇ ਦੇਸ਼ ਦੇ ਆਪਾਂ ਵਾਸੀ ਹਾਂ। ਫਿਰ ਉਸੇ ਦੇਸ਼ ਦੇ ਵਿੱਚ ਆਪਣਾ ਇੱਕ ਸਟੇਟ ਆ ਜਾਂਦਾ ਹੈ, ਉਸੇ ਦੇ ਵਿੱਚ ਫਿਰ ਆਪਣਾ ਡਿਸਟ੍ਰਿਕਟ ਆ ਜਾਂਦਾ ਹੈ, ਉਸੇ ਦੇ ਵਿੱਚ ਆਪਣੀ ਤਹਿਸੀਲ ਆ ਜਾਂਦੀ, ਬਲਾਕ ਆ ਜਾਂਦੀ, ਫਿਰ ਆਪਾਂ ਆਪਣੇ ਨਗਰ ਕਿੱਥੇ ਰਹਿੰਦੇ ਹੋ, ਉਸ ਤੋਂ ਬਾਅਦ ਆਪਣਾ ਇੱਕ ਘਰ ਹੁੰਦਾ ਹੈ। ਤੇ ਉਸ ਘਰ ਦੇ ਵਿੱਚ ਕੀ ਹੈ ਜੀ, ਸਰਕਾਰ ਨੇ ਲਿਖਿਆ ਹੋਇਆ ਥਾਂ ਥਾਂ ਤੇ ਵੀ ਹਮ ਦੋ ਹਮਾਰੇ ਦੋ ਗੱਜ ਕੇ ਆਖੋ ਸਤਨਾਮ। ਹੁਣ ਸਾਡਾ ਤਾਂ ਇੰਨਾ ਕੁ ਸੰਸਾਰ ਹੈ ਵੀ ਅਸੀਂ ਤੇ ਸਾਡੇ 2 ਬੱਚੇ, ਇਸ ਤੋਂ ਬਾਅਦ ਤਾਂ ਅਸੀਂ ਕੁਝ ਨਹੀਂ ਨਾ ਜਾਣਦੇ। ਸੋ ਹਾਲਤ ਸਾਡੀ ਹੈ ਵੀ ਇੰਨਾ ਵੱਡਾ ਵਰਲਡ ਹੈ, ਪਰ ਉਸ ਵਰਲਡ ਦੇ ਵਿੱਚ ਸਾਡਾ ਕੀ ਲੈਣਾ ਦੇਣਾ, ਅਸੀਂ ਤੇ ਸਾਡੇ ਬੱਚੇ, ਇਸ ਤੋਂ ਬਾਅਦ ਤਾਂ ਕੁਝ ਨਹੀਂ ਨਾ ਜਾਣਦੇ। ਇਹ ਹੈ ਡੱਡੂ ਵਾਲੀ ਸੋਚ। ਜਿਵੇਂ ਡੱਡੂ ਕਹਿੰਦਾ ਵੀ ਖੂਹ ਤੋਂ ਪਰੇ ਕੁਝ ਨਹੀਂ ਹੈ, ਉਹਨੂੰ ਬਾਹਰ ਦੀ ਦੁਨੀਆ ਦਾ ਨਹੀਂ ਪਤਾ, ਉਹ ਹਾਲਤ ਸਾਡੀ ਹੈ। ਅਸੀਂ ਉਹਦੇ ਵਿੱਚ ਇੱਕ ਕਲਪਨਾ ਕਰੀ ਬੈਠੇ ਹਾਂ। ਸਤਿਗੁਰੂ ਜੀ ਕਹਿੰਦੇ ਨਹਿ ਪਾਧਾ ਉਰ ਧਾਰੋ ਐਸੇ, ਕਹਿੰਦੇ ਪਾਂਧਾ ਜੀ ਐ ਨਾ ਤੁਸੀਂ ਸੋਚਿਆ ਕਰੋ, ਇਹ ਤੁਹਾਡੀ ਆਪਣੀ ਸੋਚ ਹੈ, ਤੁਹਾਡਾ ਨਿੱਜੀ ਵਿਚਾਰ ਹੈ ਇਹ, ਇਸ ਤਰ੍ਹਾਂ ਤੁਸੀਂ ਸੋਚਦੇ ਹੋ, ਐ ਨਾ ਸੋਚਿਆ ਕਰੋ। ਅਗਿਆਨੀ ਨਰ ਮਰ ਹੈ ਜੈਸੇ, ਤੁਸੀਂ ਕੀ ਕਹਿੰਦੇ ਵੀ ਜਿਵੇਂ ਅਗਿਆਨੀ ਲੋਕ ਮਰਦੇ ਆ, ਗਿਆਨੀਆਂ ਨੇ ਵੀ ਇਸੇ ਤਰ੍ਹਾਂ ਹੀ ਮਰਨਾ? ਨਹੀਂ ਨਹੀਂ, ਦੋਵਾਂ 'ਚ ਫਰਕ ਹੈ। ਸਹਿ ਸ਼ੋਕਨ ਸੋ ਮਰਨਾ ਤਿਨ ਕੋ, ਜਿਹੜਾ ਅਗਿਆਨੀਆਂ ਦਾ ਮਰਨਾ ਹੁੰਦਾ ਉਹ ਸ਼ੋਕ ਦੇ ਸਹਿਤ ਮਰਨਾ ਹੁੰਦਾ ਹੈ। ਸ਼ੋਕ ਦੇ ਸਹਿਤ, ਸ਼ੋਕ ਦੇ ਵਿੱਚ ਮਰਦੇ ਆ। ਵੈਸੇ ਤਾਂ ਗਿਆਨੀ ਜਿਉਂਦਾ ਵੀ ਮਰਿਆ ਹੀ ਹੁੰਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਜੇ ਰੱਬ ਵਿਸਰ ਗਿਆ ਤੇ ਉਹ ਮਰਿਆ ਹੋਇਆ ਹੀ ਹੈ, ਲਾਸ਼ ਹੀ ਤੁਰੀ ਫਿਰਦੀ ਹੈ। ਪਰ ਜੋ ਮਰਦਾ ਤੇ ਸ਼ੋਕ ਦੇ ਸਹਿਤ ਤੜਪਦਾ ਹੋਇਆ, ਕਲਪਦਾ ਹੋਇਆ ਮਰਦਾ, ਕਿਉਂਕਿ ਉਹਨੂੰ ਮੌਤ ਦੀ ਸਮਝ ਨਹੀਂ ਨਾ ਆਈ, ਸੱਚ ਦੀ ਸਮਝ ਨਹੀਂ ਆਈ। ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਅਗਿਆਨੀ ਲੋਕ ਮਰਦੇ ਹਨ। ਜਨਮ ਜੋਨ ਪੁਨ ਪੁਨ ਤਿਨ ਗਨ ਕੋ, ਕਿਉਂਕਿ ਜਿਹੜਾ ਅਗਿਆਨੀ ਹੈ ਉਹ ਬਾਰ-ਬਾਰ ਜਨਮਦਾ ਤੇ ਬਾਰ-ਬਾਰ ਮਰਦਾ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਸਜ਼ਾ ਵੀ ਬਹੁਤ ਮਿਲਦੀ। ਐ ਨਹੀਂ ਹੁੰਦਾ ਵੀ ਗਿਆਨੀ ਤੇ ਅਗਿਆਨੀ ਬਰਾਬਰ ਹੀ ਮਰਦੇ ਨੇ। ਤੁਸੀਂ ਸਰੀਰਕ ਮੌਤ ਨੂੰ ਵੇਖਦੇ ਹੋ, ਸਰੀਰਕ ਜੀਵਨ ਨੂੰ ਵੇਖਦੇ ਹੋ, ਤੁਸੀਂ ਬਾਹਰੋਂ ਵੇਖਦੇ ਹੋ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਨਹੀਂ, ਦੋਵਾਂ ਦੇ ਵਿੱਚ ਫਰਕ ਹੈ। ਨਿਤ ਚਿਤ ਹਰਖਤ ਸੰਤ ਸੁਖੈ ਨਾ, ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਸੌਖੇ ਨੇ ਨਾ, ਉਹਨਾਂ ਦਾ ਚਿੱਤ ਹਰ ਵਕਤ ਖੁਸ਼ ਰਹਿੰਦਾ ਹੈ। ਜਮ ਦੂਤਨ ਤੇ ਤਿਨ ਮਨ ਭੈ ਨਾ, ਉਹਨਾਂ ਦੇ ਮਨ ਦੇ ਵਿੱਚ ਜਮਦੂਤਾਂ ਦਾ ਕੋਈ ਭੈ ਨਹੀਂ ਹੁੰਦਾ, ਮੌਤ ਦਾ ਕੋਈ ਡਰ ਨਹੀਂ ਹੁੰਦਾ। ਸਦ ਖੁਸ਼ੀਆਂ ਚਿਤ ਚਾਉ ਕਨੇਰਾ, ਸਦਾ ਹੀ ਖੁਸ਼ੀਆਂ ਚਿੱਤ ਦੇ ਵਿੱਚ ਚਾਅ ਬੜਾ ਹੁੰਦਾ ਹੈ। ਜਪਤ ਨਾਮ ਹਰ ਹੇ ਰਹਿ ਨੇਰਾ, ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ, ਪ੍ਰਮਾਤਮਾ ਨੂੰ ਨੇੜੇ ਜਾਣ ਕੇ, ਹਾਜ਼ਰਾ ਹਜੂਰ ਹੈ ਕਿ ਜਾਹਰਾ ਜਹੂਰ ਹੈ, ਐ ਜਾਣ ਕੇ ਜਿਹੜੇ ਸਿਮਰਨ ਕਰਦੇ ਹਨ। ਚਿਤ ਅਚਿੰਤ ਤਨ ਤਜ ਜਬ ਜਾਈ, ਉਹਨਾਂ ਨੂੰ ਸਰੀਰ ਦਾ ਕੋਈ ਫਰਕ ਨਹੀਂ ਪੈਂਦਾ, ਚਾਹੇ ਹੁਣੇ ਹੀ ਛੱਡ ਜਾਣ। ਆਗੇ ਮਿਲ ਹੈ ਤਿਨ ਹੈ ਵਡਿਆਈ, ਕਿਉਂਕਿ ਉਹਨਾਂ ਨੂੰ ਫਿਕਰ ਨਹੀਂ ਹੁੰਦਾ ਮਰਨ ਤੋਂ ਬਾਅਦ ਕੀ ਹੋਊਗਾ। ਜਿਹੜੇ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਏ, ਉਹਨਾਂ ਨੂੰ ਇੱਥੇ ਵੀ ਵਡਿਆਈ ਮਿਲਦੀ ਹੈ, ਮਾਲਕ ਦੀ ਨਜ਼ਰ ਦੇ ਵਿੱਚੋਂ ਸਤਿਕਾਰੇ ਜਾਂਦੇ ਹਨ। ਜਸ ਕੇ ਨਿਕਸ ਹੈ ਮਸਤਕ ਟੀਕਾ, ਕਿਉਂਕਿ ਜਿਵੇਂ ਸਾਡੇ ਮੱਥੇ ਦੇ ਉੱਤੇ ਨਿਸ਼ਾਨ ਲੱਗਿਆ ਹੋਵੇ ਨਾ,
ਇਸ ਤਰ੍ਹਾਂ ਉਹਨਾਂ ਦੇ ਮੱਥੇ ਦੇ ਉੱਤੇ ਇੱਕ ਨਿਸ਼ਾਨੀ ਪਈ ਹੁੰਦੀ ਹੈ। ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਨਾਮ ਦਾ ਰੰਗ ਚੜਿਆ ਹੁੰਦਾ ਹੈ। ਸੋ ਜਨ ਭਜਨ ਮਹਿ ਜਿਨ ਮਨ ਨੀਕਾ। ਭਾਈ ਵਾਹਿਗੁਰੂ ਪਰਮੇਸ਼ਰ ਜੀ ਦੇ ਭਜਨ ਦੇ ਵਿੱਚ ਜਿਨ੍ਹਾਂ ਦਾ ਮਨ ਖਚਤ ਹੈ, ਰੁਚੀ ਹੈ ਜਿਨ੍ਹਾਂ ਦੇ ਅੰਦਰ ਬਣੀ ਹੋਈ। ਦੋਹਰਾ ਸ਼੍ਰੀ ਪਰਮੇਸ਼ਰ ਅਤ ਦਇਆ ਜਿਹ ਨਰ ਪ੍ਰਾਪਤ ਨਾਮ। ਕਹਿੰਦੇ ਵੀ ਉਸ ਉੱਤੇ ਬਹੁਤ ਵੱਡੀ ਮਾਲਕ ਦੀ ਦਇਆ ਹੁੰਦੀ ਹੈ, ਜਿਨ੍ਹਾਂ ਨੂੰ ਭਾਈ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਬਾਤੈ ਬਕਨੀ ਬਦਨ ਤੇ ਬਾਤ ਸਰਸ ਬਿਨ ਕਾਮ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਜਪਣਿਆਂ ਵਾਲਿਆਂ ਦਾ ਜਿਹੜਾ ਜੀਵਨ ਹੈ ਨਾ, ਜਿਵੇਂ ਆਪਾਂ ਸੰਸਾਰੀ ਬੰਦੇ ਸੰਸਾਰਿਕ ਤੌਰ ਤੇ ਨਿਰਣਾ ਕਰ ਲੈਂਦੇ ਹਾਂ, ਇਸ ਤਰ੍ਹਾਂ ਜਿਹੜੇ ਧਰਮੀ ਬੰਦੇ ਨੇ ਉਹਨਾਂ ਦਾ ਨਿਰਣਾ ਜਿਹੜਾ ਉਹ ਧਰਮ ਨਹੀਂ ਕਰਨਾ ਹੁੰਦਾ, ਉਹ ਆਪਾਂ ਨਹੀਂ ਕਰ ਸਕਦੇ। ਆਪਾਂ ਆਪਣਾ ਨਿਰਣਾ ਕਰ ਲਿਆ, ਪਰ ਧਰਮੀ ਦਾ ਨਿਰਣਾ ਧਰਮ ਨੇ ਕਰਨਾ ਹੁੰਦਾ। ਤੇ ਉਹ ਧਰਮੀ ਬੰਦੇ ਦਾ ਜਿਹੜਾ ਜੀਵਨ ਹੈ ਉਹ ਸਾਨੂੰ ਧਰਮ ਦੇ ਮੁਤਾਬਕ ਹੀ ਵੇਖਣਾ ਪੈਣਾ, ਤੁਸੀਂ ਆਪਣੇ ਮੁਤਾਬਕ ਨਹੀਂ ਵੇਖਣਾ। ਇਹ ਜਿਹੜਾ ਭਰਮ ਸਾਡੇ ਅੰਦਰ ਪਿਆ ਹੋਇਆ ਨਾ, ਉਹਨੂੰ ਸਤਿਗੁਰੂ ਜੀ ਇਸ ਤਰੀਕੇ ਦੇ ਨਾਲ ਕੱਢਦੇ ਹਨ ਵੀ ਫਰਕ ਹੈ, ਤੁਹਾਡੀ ਨਜ਼ਰ ਦੇ ਵਿੱਚ ਫਰਕ ਹੈ ਤੇ ਉਹਨਾਂ ਦੇ ਜੀਵਨ ਦੇ ਵਿੱਚ ਫਰਕ ਹੈ। ਹੁਣ ਉਹਨਾਂ ਦੇ ਜੀਵਨ ਦੇ ਵਿੱਚ ਫਰਕ ਵੇਖਣ ਲਈ ਸਾਨੂੰ ਆਪਣੀ ਨਜ਼ਰ ਦਾ ਫਰਕ ਸਹੀ ਕਰਨਾ ਪੈਣਾ। ਉਹ ਸਤਿਗੁਰੂ ਜੀ ਸਾਨੂੰ ਨੇਤਰ ਬਖਸ਼ਦੇ ਨੇ, ਜਿਨ੍ਹਾਂ ਦੇ ਨਾਲ ਭਾਈ ਧਰਮੀ ਪੁਰਸ਼ਾਂ ਦਾ ਨਿਰਣਾ ਹੁੰਦਾ ਹੈ। ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਲਈ ਦਾਸ ਸਿੱਖੀਵਾਂ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ। ਇਸ ਕਰਕੇ ਲੋਕ ਸੁਖੀਏ ਪਰ ਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੂਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ। ਏ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਏ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਏਕ। ਏ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਏ ਅਪਰੰਪਰ ਹਰਿ ਹਰੇ ਹਾਇ ਪੀ ਹੋਵਨ ਹਾਰ। ਏ ਸੰਤਹਿ ਕੈ ਸਦਾ ਸੰਗ ਨਿਧਾਰਾਇਆ ਆਧਾਰ। ਏ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹਿਯ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੀ